ਜਗ ਪੰਜਾਬੀ ਟੀਵੀ ਵੇਖਣ ਵਾਲੇ ਸਾਰੇ ਸਤਿਕਾਰਯੋਗ ਦਰਸ਼ਕਾਂ ਦਾ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਨਾਲ ਡਾਕਟਰ ਅਨਮੋਲ ਕਪੂਰ ਜਿਹੜੇ ਕਿ ਕੈਲਗਰੀ ਦੇ ਨਹੀਂ, ਹੁਣ ਤਾਂ ਤਕਰੀਬਨ ਮੈਂ ਕਹਾਂਗਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਹੈਗੇ ਡਾਕਟਰ ਅਨਮੋਲ ਕਪੂਰ ਹੋਰਾਂ ਨੂੰ ਜਾਣਦੇ ਨੇ। ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ, ਤੁਸੀਂ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ ਤੁਹਾਡਾ। ਤੇ ਪ੍ਰੋਗਰਾਮ ਅੱਜ ਅਸੀਂ ਕਰ ਰਹੇ ਹਾਂ ਜੀ ਟੈਲ ਮੀ ਡਾਕਟਰ। ਤੇ ਡਾਕਟਰ ਸਾਹਿਬ ਕੋਲੋਂ ਆਪਾਂ ਪੁੱਛਾਂਗੇ, ਇਹਨਾਂ ਨੇ ਇੱਕ ਇਨੀਸ਼ੀਏਟਿਵ ਲਿਆ ਹੈਗਾ ਬਾਇਓ ਏਰੋ ਨਾਂ ਤੇ ਜਿਹੜੀ ਹੈਗੀ ਕੰਪਨੀ ਹੈਗੀ ਹੈ ਬਾਇਓ ਏਰੋ। ਬਾਇਓ ਐਰੋ ਜਿਹੜਾ ਟਾਰਗੇਟ ਤੇ ਜਿਹੜਾ ਤੀਰ ਹੈਗਾ, ਜਿਹੜਾ ਬਾਇਓਲੋਜੀ ਨੂੰ ਤੀਰ ਦੇ ਨਾਲ ਅਸੀਂ ਟਾਰਗੇਟ ਕਰਨਾ ਹੈ। ਤੇ ਉਹ ਇਹਨਾਂ ਨੇ ਜਿਹੜਾ ਹੈਗਾ ਕਿ ਸ਼ੁਰੂ ਇੱਕ ਇਨੀਸ਼ੀਏਟਿਵ ਕੀਤਾ ਹੈਗਾ। ਕਾਫੀ ਸਾਰੀਆਂ ਇਹਨਾਂ ਦੀਆਂ ਅਸੀਂ ਪੋਸਟ ਦੇਖਦੇ ਰਹਿੰਦੇ ਹੈਗੇ ਆ, ਲਿੰਕਡਇਨ ਤੇ ਜਾਂ ਬਾਕੀ ਸੋਸ਼ਲ ਮੀਡੀਆ ਤੇ ਵੀ ਦੇਖਦੇ ਰਹਿੰਦੇ ਹੈਗੇ ਆ। ਵੈਸੇ ਵੀ ਇਹ ਕਾਫੀ ਇਨੋਵੇਟਿਵ ਚੀਜ਼ਾਂ ਲੈ ਕੇ ਆਉਂਦੇ ਰਹਿੰਦੇ ਨੇ, ਨਵੀਆਂ ਚੀਜ਼ਾਂ ਲੈ ਕੇ ਆਉਂਦੇ ਰਹਿੰਦੇ ਨੇ, ਉਹਦਾ ਜਿਨ੍ਹਾਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਅਸਰ ਪੈਂਦਾ ਹੈਗਾ। ਤੇ ਡਾਕਟਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਵੀ ਸਾਨੂੰ ਜਿਹੜੇ ਹੈਗੇ ਨੇ ਵੀ ਦੇਸੀ ਬੰਦੇ ਹੈਗੇ ਨੇ ਵੀ ਉਹਨਾਂ ਨੇ ਵੀ ਜਿਹੜੀ ਹੈਗੀ ਕਿ ਦੇਸੀ ਲੈਂਗੁਏਜ ਵਿੱਚ ਆਮ ਭਾਸ਼ਾ ਦੇ ਵਿੱਚ ਇਹ ਚੀਜ਼ ਸਮਝਾਈ ਜਾਵੇ ਕਿ ਬਾਇਓ ਏਰੋ ਜਿਹੜੀ ਹੈਗੀ ਆ, ਇਹ ਕੰਪਨੀ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਹੈ ਜਾਂ ਜਿਹੜਾ ਇਨੀਸ਼ੀਏਟਿਵ ਲਿਆ ਹੈਗਾ ਉਹਦੇ ਵਿੱਚ ਕੀ ਹੈਗਾ। ਤੇ ਹਾਂਜੀ ਡਾਕਟਰ ਸਾਹਿਬ, ਪਹਿਲਾਂ ਤਾਂ ਆਪਾਂ ਬਾਇਓ ਐਰੋ ਦੇ ਬਾਰੇ ਹੀ ਗੱਲ ਕਰਦੇ ਹੈਗੇ ਆ, ਕਿਉਂਕਿ ਆਪਾਂ ਤਾਂ ਇੰਨਾ ਕੀ ਸਮਝ ਚੁੱਕੇ ਬਾਇਓ ਦਾ ਮਤਲਬ ਕੁਛ ਨਾ ਕੁਛ ਜਿਹੜਾ ਹੈਗਾ ਕਿ ਬਾਇਓਲੋਜੀ ਦੇ ਨਾਲ ਜਾਂ ਸਰੀਰ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਹੈਗਾ। ਤੇ ਇਹ ਕੀ ਹੈਗਾ, ਇਸ ਜਿਹੜਾ ਤੁਹਾਡਾ ਇਨੀਸ਼ੀਏਟਿਵ ਹੈਗਾ ਇਹਦੇ ਵਿੱਚ ਕੀ ਤੁਸੀਂ ਕਰਦੇ ਹੈਗੇ ਆ? ਹਾਂਜੀ, ਬਾਇਓ ਐਰੋ ਇੱਕ ਵੱਖਰੇ ਤਰ੍ਹਾਂ ਦੀ ਕੰਪਨੀ ਹੈ। ਇਹ ਕੰਪਨੀ ਇੱਕ ਤੀਰ ਵਾਂਗੂ ਬਾਇਓਲੋਜੀ ਨੂੰ ਹੈ ਨਾ ਅੰਡਰਸਟੈਂਡ ਕਰਦੀ ਹੈ, ਤੇ ਜੋ ਵੀ ਮਿੱਥਾਂ ਨੇ, ਜੋ ਵੀ ਸ਼ੰਕੇ ਨੇ ਲੋਕਾਂ ਦੇ, ਜੋ ਵੀ ਉਹ ਸਵਾਲ ਜਵਾਬ ਭਾਲ ਰਹੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਸਿਹਤ ਦੇ ਬਾਰੇ ਹੈ ਨਾ, ਜਾਂ ਆਪਣੇ ਪਰਿਵਾਰ 'ਚ ਬਿਮਾਰੀਆਂ ਦੇ ਬਾਰੇ ਹੈ ਨਾ, ਤੇ ਬਾਇਓ ਐਰੋ ਉਹਨਾਂ ਦਾ ਅਲਟੀਮੇਟ ਸੋਲਿਊਸ਼ਨ ਪ੍ਰੋਵਾਈਡ ਕਰਦੀ ਹੈ। ਓਕੇ, ਬਾਇਓ ਐਰੋ ਜਿਹੜੀ ਹੈਗੀ ਤੁਹਾਡੀ ਕੰਪਨੀ ਹੈਗੀ ਹੈ, ਪਰ ਉਹਦੇ ਵਿੱਚ ਕਿਸ ਤਰ੍ਹਾਂ ਦੀ ਸਟੱਡੀ ਤੁਸੀਂ ਕਰਦੇ ਹੈਗੇ ਹੋ ਤੇ ਉਸ ਸਟੱਡੀ ਨੂੰ ਕੀ ਕਿਹਾ ਜਾਂਦਾ ਹੈਗਾ? ਹਾਂਜੀ, ਦੇਖੋ ਬਾਇਓ ਐਰੋ ਸਪੈਸ਼ਲਾਈਜ਼ ਬਾਇਓਟੈਕਨੋਲੋਜੀ ਕੰਪਨੀ ਹੈ। ਸੋ ਬਾਇਓ ਐਰੋ ਇਹਦੇ ਵਿੱਚ 3-4 ਤਰ੍ਹਾਂ ਦੇ ਵਰਟੀਕਲਸ ਨੇ। ਬਾਇਓ ਐਰੋ ਇੱਕ ਤਾਂ ਜੀਨੋਮਿਕਸ ਦੇ ਫੀਲਡ ਦੇ ਵਿੱਚ ਕੰਮ ਕਰਦੀ ਹੈ। ਜੀਨੋਮਿਕ ਜਿਹੜੀ ਇੱਕ ਸਾਇੰਸ ਹੈ, ਜਿਹੜੀ ਸਾਡੀ ਹੈਲਥ ਸਾਇੰਸ ਦੀ ਫਾਊਂਡੇਸ਼ਨ ਹੈ ਜੀ। ਦੇਖੋ ਅਸੀਂ ਕੁਦਰਤ ਨੇ ਸਾਨੂੰ ਇੱਕ DNA ਦਿੱਤਾ, ਜਿਹੜਾ ਕਿ DNA ਦੀ ਕਾਪੀ ਹੁੰਦੀ ਹੈ ਤੁਹਾਡੇ ਵਿੱਚ ਤੇ ਮੇਰੇ ਵਿੱਚ, ਇੱਕ ਮੰਮੀ ਤੋਂ ਮਿਲੀ ਹੈ ਕਿ ਡੈਡੀ ਤੋਂ ਮਿਲੀ ਹੈ, ਮਾਤਾ ਤੇ ਪਿਤਾ ਸਾਨੂੰ ਕਾਪੀ ਮਿਲੀ ਹੁੰਦੀ ਹੈ, ਠੀਕ ਹੈ। ਤੇ ਜੋ ਕਾਪੀ ਹੁੰਦੀ ਹੈ DNA ਦੀ, ਜੇ ਸਾਡੀ DNA ਜਿਹੜਾ ਹੁੰਦਾ ਹੈ ਨਾ, ਉਹ ਸਾਨੂੰ ਸਾਡੇ ਬਾਰੇ ਡਿਸਾਈਡ ਕਰਦਾ ਹੈ। ਉਹ ਡਿਸਾਈਡ ਕਰਦਾ ਵੀ ਕਦੋਂ ਅਸੀਂ ਵੱਡੇ ਹੋਵਾਂਗੇ, ਕਦੋਂ ਅਸੀਂ ਛੋਟੇ ਰਹਿ ਜਾਵਾਂਗੇ, ਕਦੋਂ ਸਾਨੂੰ ਡਾਇਬੀਟੀਜ਼ ਹੋਣੀ ਹੈ, ਕਦੋਂ ਸਾਨੂੰ ਕੈਂਸਰ ਹੋਣਾ ਹੈ, ਕਿੱਦਾਂ ਦੀ ਦਵਾਈ ਦਾ ਸਾਈਡ ਇਫੈਕਟ ਸਾਨੂੰ ਹੋਣਾ ਹੈ, ਕੋਈ ਦਵਾਈ ਮਾਫਕ ਆਉਣੀ ਹੈ ਕਿ ਨਹੀਂ ਮਾਫਕ ਆਉਣੀ, ਕਿੰਨੇ ਜਲਦੀ ਬੁੱਢਾ ਹੋਣਾ ਹੈ, ਕਿੰਨੇ ਜਵਾਨ ਰਹਿਣਾ ਹੈ ਨਾ, ਇਹ ਸਾਰਾ ਕੁਝ ਸਾਡੇ ਜੀਨ ਡਿਸਾਈਡ ਕਰਦੇ ਨੇ। ਓਕੇ, ਤੇ ਹੁਣ ਤੱਕ ਸਾਨੂੰ ਸਮਝ ਨਹੀਂ ਸੀਗੀ ਇਹ ਜੀਨਸ ਕੀ ਕਰਦੇ ਨੇ, ਕਿਉਂਕਿ ਦੇਖੋ ਸਾਡੇ ਸਰੀਰ ਦੇ ਵਿੱਚ 23,000 ਤੋਂ ਉੱਪਰ ਜੀਨਸ ਨੇ। ਤੇ ਹਰ ਜੀਨ ਦਾ ਕੋਈ ਨਾ ਕੋਈ ਫੰਕਸ਼ਨ ਹੈ। ਕੋਈ ਦਾੜੀ ਗਰੋ ਕਰਦਾ ਹੈ ਨਾ, ਕੋਈ ਦਾੜੀ ਝਾੜਦਾ ਹੈ, ਕੋਈ ਸਕਿਨ ਦੀ ਕਹਿੰਦੇ ਨਵੀਂ ਸਕਿਨ ਲੈ ਕੇ ਆਉਂਦਾ ਹੈ, ਕੋਈ ਸਕਿਨ ਨੂੰ ਖਤਮ ਕਰਦਾ, ਮੁਰਝਾ ਦਿੰਦਾ ਹੈ। ਉਹ ਜੀਨਾਂ ਦੇ ਫੰਕਸ਼ਨਸ ਨੇ। ਦਿਲ ਦਾ ਧੜਕਣਾ ਹੈ, ਦਿਲ ਦੇ ਵਿੱਚ ਖੂਨ ਦਾ ਵਧਣਾ, ਖੂਨ ਨੇ ਪ੍ਰੋਡਿਊਸ ਹੋਣਾ, ਉਹ ਜੀਨਸ ਡਿਸਾਈਡ ਕਰਦੇ ਨੇ। ਅੱਛਾ ਡਾਕਟਰ ਸਾਹਿਬ, ਮੈਂ ਤਾਂ ਆਪਾਂ ਛੋਟੀ ਜਿਹੀ ਗੱਲ ਕਰਦੇ ਹੈਗੇ ਤਾਂ ਕਿ ਜਿਹੜੇ ਸਾਡੇ ਦਰਸ਼ਕ ਹੈਗੇ ਨੇ, ਜਿਹੜੇ ਨਹੀਂ ਵੀ ਬਾਇਓਲੋਜੀ ਸਮਝਦੇ ਹੈਗੇ ਜਾਂ ਪੜ੍ਹੇ ਹੈਗੇ, ਉਹਨਾਂ ਨੂੰ ਵੀ ਜਿਹੜੀ ਹੈਗੀ ਇਹ ਗੱਲ ਵੀ ਸਮਝ ਲੱਗ ਜਾਏ। ਜਿਵੇਂ ਹੁਣ ਮੰਨ ਲਓ ਵੀ ਮਾਤਾ ਦੇ, ਜਿਵੇਂ ਕਹਿ ਲਓ ਕਿ ਐਗ ਤੋਂ, ਬਈ ਮਦਰ ਦੇ ਐਗ ਤੋਂ ਤੇ ਫਾਦਰ ਦੇ ਸਪਰਮ ਤੋਂ ਜਿਹੜਾ ਹੈਗਾ ਕਿ ਬੱਚੇ ਦੀ ਸ਼ੁਰੂਆਤ ਹੁੰਦੀ ਹੈਗੀ ਆ। ਇੱਕ ਤਾਂ ਇਹ ਮੈਂ ਪੁੱਛਣਾ ਚਾਹੁੰਦਾ, ਜਿਵੇਂ ਆਪਾਂ DNA ਦੀ ਗੱਲ ਕੀਤੀ ਹੈਗੀ ਆ, ਫਿਰ DNA ਜਿਹੜੇ ਬੱਚੇ ਦੇ ਵਿੱਚ ਜਾਂਦੇ ਹੈਗੇ ਨੇ, ਉਹ ਮਾਤਾ ਦੇ ਫਾਦਰ ਦੇ ਦੋਨੋਂ ਹੀ ਜਾਂਦੇ ਹੈਗੇ? ਦੋਨਾਂ ਦੀ ਕਾਪੀ ਹੁੰਦੀ ਹੈ। ਦੋਨਾਂ ਦੀ ਕਾਪੀ ਹੁੰਦੀ ਹੈਗੀ ਆ। ਦੂਸਰੀ ਚੀਜ਼ ਇਹ, ਜਿਵੇਂ ਤੁਸੀਂ ਕਿਹਾ ਵੀ 23,000 ਜਿਹੜੇ ਹੈਗੇ ਨੇ ਕਿ ਸਾਡੇ 'ਚ DNA ਹੁੰਦੇ ਹੈਗੇ ਨੇ, ਜੀਨ ਹੁੰਦੇ, ਸੌਰੀ ਜੀਨਸ ਹੁੰਦੇ ਹੈਗੇ ਨੇ ਨਾ, ਜੀਨਸ ਜਿਹੜੇ ਹੈਗੇ ਕਿ 23,000 ਹੁੰਦੇ ਆ, ਲਗਭਗ 23,000 ਹਰ ਇੱਕ ਸੈੱਲ ਦੇ ਵਿੱਚ ਮਤਲਬ 23,000 ਹੁੰਦੇ ਹੈਗੇ। ਇੱਕ DNA ਦੀ ਕਾਪੀ ਹੁੰਦੀ ਹੈ ਹਰ ਇਨਸਾਨ ਦੀ, ਉਹਦਾ ਇੱਕ ਇੰਡੀਵਿਜੂਅਲ DNA ਹੈ। ਨਹੀਂ, ਜਿਹੜੇ 23,000 ਜੀਨਸ ਦੀ ਆਪਾਂ ਗੱਲ ਕੀਤੀ, ਉਹ 23,000 ਕਿੱਥੇ ਹੁੰਦੇ ਨੇ? ਉਹ ਜੀਨ ਦੇ ਵਿੱਚ, ਉਹ ਕਿ DNA ਦੇ ਵਿੱਚ ਹੁੰਦੇ ਨੇ। ਮਤਲਬ ਦੈਟ ਮੀਨਸ ਹਰ ਇੱਕ ਸੈੱਲ ਦੇ ਵਿੱਚ ਹੀ ਹੋਈ ਹੈ? ਨਹੀਂ, ਸੈੱਲ ਅੱਡ ਚੀਜ਼ ਹੋ ਜਾਂਦਾ। ਅੱਛਾ, ਹੈ ਨਾ, ਸੈੱਲ DNA ਦੇ ਅਨੁਸਾਰ ਕੰਮ DNA ਦੇ ਅਨੁਸਾਰ ਕੰਮ ਕਰਦਾ ਹੈ। ਇਹ DNA ਰਹਿੰਦੇ ਕਿੱਥੇ ਹੈਗੇ ਨੇ ਜਾਂ ਜੀਨਸ ਕਿੱਥੇ ਰਹਿੰਦੇ? ਤੁਹਾਡੇ ਕ੍ਰੋਮੋਸੋਮ ਹੁੰਦੇ ਨੇ ਨਾ, ਤੁਹਾਡਾ DNA ਜਿਹੜਾ ਹੁੰਦਾ ਹੈ, ਤੁਹਾਡੇ DNA ਦੇ ਜਿਹੜਾ ਕੋਡ, ਜਿਹੜਾ ਤੁਹਾਡੇ ਸੈੱਲ ਪ੍ਰੋਡਿਊਸ ਹੁੰਦੇ, ਸੈੱਲ ਬਣਦੇ ਨੇ, ਹੈ ਨਾ, ਤੁਹਾਡੀ ਜ਼ਿੰਦਗੀ ਬਣਦੀ ਹੈ ਨਾ, DNA ਉਹਨੂੰ ਮੈਸੇਜ ਭੇਜਦਾ। ਓਕੇ, ਰੱਬ ਕੀ ਹੈ ਨਾ, ਰੱਬ DNA ਹੈ। ਓਕੇ, ਤੁਸੀਂ ਐ ਸੋਚ ਲਓ, ਹੈ ਨਾ, ਸਾਰਾ ਕੁਝ ਉਹ ਕੰਟਰੋਲ ਕਰਦਾ ਹੈ ਨਾ। ਤੁਹਾਡਾ ਜਿਹੜਾ ਸੁਪਰ ਪ੍ਰੋਸੈਸਰ DNA ਹੈ, ਉਹ ਤੁਹਾਡੇ ਕੰਪਿਊਟਰ ਨੂੰ ਚਲਾਉਂਦਾ। ਤੁਹਾਡੀ ਕਦੋਂ ਮੋਨੀਟਰ ਨੇ ਚੱਲਣਾ ਹੈ,
ਕਦੋਂ ਤੁਹਾਡੀ ਬਿਜਲੀ ਦੇ ਪ੍ਰੋਪਰ ਤੌਰ ਤੇ ਚੱਲਣਾ ਹੈ, ਕਦੋਂ ਹੀਟ ਹੋ ਜਾਣਾ ਫੈਨ ਤੁਹਾਡਾ ਹੈ ਨਾ ਮਾਈਕਰੋ ਪ੍ਰੋਸੈਸਰ ਦੇ ਕੰਪਿਊਟਰ ਦੇ ਨਾਲ ਹੈ ਨਾ, ਤੁਹਾਡਾ ਜਿਹੜਾ ਪ੍ਰੋਸੈਸਰ ਜਿਹੜਾ ਹੈਗਾ ਉਹ ਚਲਾਉਂਦਾ, ਤੁਹਾਡਾ ਮੈਨੇਜ ਕਰਦਾ ਸਾਰਾ ਕੁਝ, ਸੌਫਟਵੇਅਰ ਕਿੱਦਾਂ ਦਾ ਹੋਊਗਾ ਹੈ ਨਾ, ਹਾਰਡਵੇਅਰ ਕਿਵੇਂ ਚੱਲੂਗਾ, ਕਿਵੇਂ ਪ੍ਰੋਪਰ ਤੌਰ ਤੇ ਕੰਮ ਕਰੋਗੇ, ਉਹ ਡੀਐਨਏ ਡਿਸਾਈਡ ਕਰਦਾ। ਡੀਐਨਏ ਹੈਗਾ। ਹਾਂਜੀ। ਤੇ ਕ੍ਰੋਮੋਸੋਮ ਜਿਹੜਾ ਹੈਗਾ ਕਿ ਉਹ ਸੌਰੀ ਜੀਨਸ ਜਿਹੜੇ ਹੈਗੇ ਨੇ ਉਹਦਾ ਕੀ ਰੋਲ ਰਹਿੰਦਾ ਹੈਗਾ? ਦੇਖੋ ਜੇ ਜੀਨਸ ਨੇ ਡੀਐਨਏ ਜਿਹੜੀ ਇੱਕ ਫਾਈਲ ਹੈ ਨਾ, ਅੱਜ ਤੋਂ ਮਤਲਬ 40-50 ਸਾਲ ਪਹਿਲਾਂ ਪਹਿਲੀ ਵਾਰ ਜਦੋਂ ਸਾਇੰਟਿਸਟਾਂ ਨੇ ਵਿਗਿਆਨੀਆਂ ਨੇ ਡੀਐਨਏ ਡਾਊਨਲੋਡ ਕੀਤਾ, ਪਹਿਲਾਂ ਸੋਚਿਆ ਵੀ ਇਦਾਂ ਦੀ ਕੋਈ ਚੀਜ਼ ਹੋਊਗੀ ਹੈ ਨਾ, ਖਿਆਲ ਸੀ ਵੀ ਧਰਤੀ ਦੇ ਉੱਪਰ ਇਨਸਾਨ ਕਿਵੇਂ ਜਨਮ ਲੈਂਦਾ ਹੈ ਨਾ, ਆਪਾਂ ਜਨਮ ਕਿਵੇਂ ਦਿੰਦੇ ਆ, ਆਪਾਂ ਕੋਈ ਜਾਨਵਰ ਕਿਵੇਂ ਜਨਮ ਲੈਂਦਾ, ਇੱਕ ਪੌਦਾ ਇੱਕ ਬੂਟਾ ਹੈ ਉਹਦਾ ਉਹ ਕਿਵੇਂ ਆਪਣੇ ਆਪ ਨੂੰ ਸਸਟੇਨ ਕਰ ਲੈਂਦਾ ਤੇ ਕਿਵੇਂ ਆਪਣੇ ਆਪ ਨੂੰ ਇੱਕ ਕਰੋਪ ਦੇ ਦਿੱਤਾ ਹੈ ਨਾ, ਉਹਦੇ ਉਹਨਾਂ ਨੇ ਸੋਚਿਆ ਇਹ ਹਰ ਚੀਜ਼ ਦਾ, ਇਹ ਹਰ ਜੰਤੂ ਦਾ ਇੱਕ ਡੀਐਨਏ ਹੈ। ਹੁਣ ਡੀਐਨਏ ਨੂੰ ਅਸੀਂ ਡਾਊਨਲੋਡ ਕਿਵੇਂ ਕਰੀਏ, ਸਮਝੀਏ ਕਿਵੇਂ? ਤਾਂ 50 ਸਾਲ ਪਹਿਲਾਂ ਲਗਭਗ ਤੁਸੀਂ ਲਗਾ ਲਓ ਵੀ ਕਿ ਡੀਐਨਏ ਦੇ ਬਾਰੇ ਸਮਝ ਆਈ ਸਾਇੰਟਿਸਟਾਂ ਨੂੰ, ਵਿਗਿਆਨੀਆਂ ਨੂੰ, ਲੰਡਨ ਦੇ ਵਿੱਚ ਜਿਹਦੇ ਵਿੱਚ ਸਾਰਾ ਕੁਝ ਤੇ ਉਹਨਾਂ ਨੇ ਉਹਨਾਂ ਨੂੰ ਮੈਪ ਕੀਤਾ, ਡਰਾ ਕੀਤਾ ਹੱਥਾਂ ਦੇ ਨਾਲ ਵੀ ਇਦਾਂ ਕਰਕੇ ਇੱਕ ਜਰਨੀ ਹੈ, ਇਦਾਂ ਦੀ ਕੋਈ ਚੀਜ਼ ਡੀਐਨਏ ਹੈਗੀ ਹੈ। ਹੁਣ ਅਸੀਂ ਇਹਨੂੰ ਪ੍ਰੂਵ ਕਰੀਏ, ਵੀ ਅਸੀਂ ਇਹਨੂੰ ਲੱਭੀਏ ਹੈ ਨਾ, ਅਸੀਂ ਰੱਬ ਲੱਭਣ ਜਾ ਰਹੇ ਹਾਂ। ਹੁਣ ਦੇਖੋ ਰੱਬ ਜੋ ਕੰਟਰੋਲ ਕਰ ਰਿਹਾ ਵੀ ਅੰਦਰੋਂ, ਕੁਝ ਤਾਂ ਕੰਟਰੋਲ ਕਰ ਰਹੀ ਹੈ ਨਾ। ਆਪਾਂ ਕਹਿੰਦੇ ਆ ਵੀ ਮੈਂ ਇੱਥੇ ਬੈਠਾ, ਆਪਾਂ ਕਹਿੰਦੇ ਰੱਬ ਕਰਕੇ ਬੈਠੇ ਆ, ਤੁਸੀਂ ਕਹਿੰਦੇ ਮੈਂ ਇੱਥੇ ਬੈਠਾ, ਮੈਂ ਰੱਬ ਕਰਕੇ ਬੈਠੇ ਆ ਆਪਾਂ, ਪਰ ਉਹ ਜਿਹੜਾ ਇੱਕ ਮੈਸੇਜ ਹੈ ਰੱਬ ਦੇ ਥਰੂ ਕਿੱਥੋਂ ਬੈਠੇ ਆ ਆਪਾਂ, ਇੱਕ ਡੀਐਨਏ ਜਿਹੜਾ ਕੰਟਰੋਲ ਕਰਦਾ ਸਾਡਾ, ਔਰ ਡੀਐਨਏ ਜਿਹੜੇ ਜੀਨਸ ਨੇ ਉਹ ਕੰਟਰੋਲ ਕਰਦੇ ਨੇ ਹੈ ਨਾ, ਉਹ ਜੀਨ ਡਿਸਾਈਡ ਕਰਦੇ ਨੇ ਵੀ ਸਾਨੂੰ ਕੁਝ ਜਨਮ ਕਿਵੇਂ ਹੋਊਗਾ ਬੱਚੇ ਦਾ ਹੈ, ਬੱਚੇ ਨੇ ਫਿਰ ਤੁਰਨਾ ਕਿਵੇਂ ਸ਼ੁਰੂ ਕਰਨਾ ਹੈ, ਬੱਚੇ ਨੇ ਬਿਮਾਰੀਆਂ ਕਦੋਂ ਹੋਣੀਆਂ ਨੇ, ਜਦੋਂ ਸਾਡੇ ਜੀਨ ਡਿਸਾਈਡ ਕਰਦੇ ਸਾਡੀ ਮੌਤ ਹੁੰਦੀ ਇੱਕ ਤਰੀਕੇ ਨਾਲ, ਤੁਸੀਂ ਐਂ ਸੋਚ ਲਓ। ਫਿਰ ਜੀਨਸ ਦਾ ਮਤਲਬ ਜਿਹੜਾ ਹੈਗਾ ਕਿ ਜ਼ਿਆਦਾ ਕੰਮ ਹੈਗਾ ਬੇਸਿਕਲੀ, ਸਾਰਾ ਕੰਮ ਹੀ ਜੀਨਸ ਹੈ ਜੀ, ਜੀਨਸ ਦਾ ਹੀ ਹੈਗਾ ਨਾ। ਤੁਹਾਡੇ ਕੱਪੜੇ ਨੇ, ਆਪਾਂ ਮੈਂ ਸੂਟ ਪਾ ਕੇ ਬੈਠਾ ਹੈ ਨਾ, ਤੁਸੀਂ ਐਂ ਸੋਚੋ ਵੀ ਇਹਦੇ ਵਿੱਚ ਇੱਕ ਬਾਕਸ ਬਣੇ ਹੋਏ ਸੂਟ ਦੇ ਵਿੱਚ ਹੈ ਨਾ, ਹੁਣ ਪਰ ਸੂਟ ਤਾਂ ਕਹਿੰਦੇ ਧਾਗਿਆਂ ਦਾ ਹੈ ਨਾ, ਹੁਣ ਧਾਗਾ ਕਿਹੜਾ ਹੈਗਾ, ਧਾਗਾ ਕਿੱਥੋਂ ਆਇਆ ਸੀ, ਕਿੰਨੇ ਪੈਦਾ ਕੀਤਾ ਸੀ, ਸ਼ੁਰੂਆਤ ਕੀ ਸੀ ਧਾਗੇ ਦੀ ਹੈ ਨਾ, ਉੱਥੋਂ ਉੱਥੇ ਜਾਓਗੇ ਨਾ, ਧਾਗਾ ਵੀ ਨਹੀਂ ਸੀ ਹੈਗਾ ਹੈ ਨਾ, ਆਪਾਂ ਤੁਸੀਂ ਉੱਥੇ ਓਰੀਜਨ ਤੇ ਜਾਓਗੇ ਨਾ, ਇਹਨੇ ਧਾਗਾ ਬਣਨਾ ਸ਼ੁਰੂ ਹੋਇਆ ਸੀ ਤਾਂ ਸੂਟ ਤੱਕ ਪਹੁੰਚਿਆ ਨਾ। ਜਾਂ ਜਦੋਂ ਧਾਗਾ ਵੀ ਬਣਿਆ, ਮੰਨ ਲਓ ਜੇ ਕਿ ਕਪਾਹ ਤੋਂ ਬਣਿਆ ਹੈਗਾ, ਤੇ ਜਿਹੜੀ ਉਹ ਕਪਾਹ ਜਿਹੜੇ ਖੇਤ ਚ ਉੱਗੀ ਜਾਂ ਉਹ ਕਿਹੜੀਆਂ ਦਵਾਈਆਂ ਨਾਲ ਉਹਨੂੰ ਪੈਦਾ ਕੀਤਾ ਗਿਆ, ਉਹ ਕਿਹੜੀ এনवायरमेंट ਸੀ, ਉਹਦਾ ਵੀ ਅਸਰ ਪਏਗਾ ਉਹਦੀ ਨੇਚਰ ਦੇ ਉੱਤੇ। ਉਹਨੂੰ ਅਸੀਂ ਐਪੀਜੈਨੇਟਿਕ ਕਹਿੰਦੇ ਆ ਵੀ এনवायरमेंट ਉਹ ਕਪਾਹ ਨੂੰ ਕਿਵੇਂ ਕਹਿੰਦੇ ਨੇ ਬਣਾਉਂਦੀ ਹੈ, ਕੋਈ ਧਾਗਾ ਬਹੁਤ ਚੰਗਾ ਬਣਦਾ, ਕੋਈ ਧਾਗਾ ਮਾੜਾ ਬਣ ਜਾਂਦਾ এনवायरमेंट ਕਰਕੇ ਹੈ ਨਾ, ਮੀਂਹ ਜ਼ਿਆਦਾ ਆ ਗਿਆ ਕਹਿੰਦੇ ਧੁੱਪ ਜ਼ਿਆਦਾ ਪੈ ਗਈ, ਉਹਦਾ ਫਰਕ ਪੈ ਜਾਂਦਾ। ਤਾਂ ਕਹਿਣ ਦਾ ਮਤਲਬ ਕਿ ਜਿਹੜਾ ਜੈਨੇਟਿਕ ਸਿਸਟਮ ਚੱਲਦਾ ਹੈਗਾ ਜਾਂ ਜੀਨਸ ਜਿਹੜੇ ਹੈਗੇ ਨੇ ਸਾਡੇ, ਉਹ ਮਤਲਬ ਬਹੁਤ ਸਾਰੇ ਜਿਹੜੇ ਫੈਕਟਰਸ ਹੈਗੇ ਨੇ ਜਿਹਦੇ ਕਰਕੇ ਸਾਡਾ ਸੁਭਾਅ, ਸਾਡਾ ਰੰਗ, ਸਾਡਾ ਜਿਹੜਾ ਹੈਗਾ ਕਿ ਸਰੀਰ ਦਾ ਮਤਲਬ ਜਿਹੜੀ ਹੈਗੀ ਹੈ ਸ਼ੇਪ, ਜਿਹੜੀ ਹੈਗੀ ਸ਼ਕਲ ਹੈਗੀ ਹੈ, ਉਹ ਸਾਰੀਆਂ ਚੀਜ਼ਾਂ ਉਹਦੇ ਤੇ ਡਿਪੈਂਡ ਕਰਦੀਆਂ ਹੈਗੀਆਂ। ਹਾਂਜੀ, ਠੀਕ ਹੈ। ਇਹ ਤਾਂ ਚਲੋ ਇੱਕ ਬੇਸਿਕ ਜਿਹੜਾ ਹੈਗਾ ਅੰਡਰਸਟੈਂਡਿੰਗ ਲੋਕਾਂ ਨੂੰ ਹੈਗੀ ਹੈ ਵੀ ਇੱਦਾਂ ਜਿਹੜਾ ਹੈਗਾ ਹੁੰਦਾ ਹੈਗਾ ਹੈ ਨਾ। ਵੀ ਜੇ ਹੁਣ ਆਪਾਂ ਜੀਨੋਮਿਕਸ ਦੀ ਜਿਹੜੀ ਹੈਗੀ ਹੈ ਸਟੱਡੀ ਜਿਹੜੀ ਕਰ ਰਹੇ ਹੈਗੇ ਤੁਸੀਂ, ਜਾਂ ਬਾਇਓ ਐਰੋ ਦੇ ਵਿੱਚ ਜਿਹੜੀ ਹੈਗੀ ਕਰ ਰਹੇ ਹੈਗੇ, ਉਹਦੇ ਵਿੱਚ ਨਵਾਂ ਜਿਹੜੀ ਹੈਗੀ ਕਿ ਚੀਜ਼ ਕੀ ਕੀਤੀ ਜਾ ਰਹੀ ਹੈਗੀ ਹੈ, ਜਾਂ ਕਿਸ ਲੈਵਲ ਤੱਕ ਆਪਾਂ ਪਹੁੰਚੇ ਹੈਗੇ ਉਹਦੇ ਵਿੱਚ? ਦੇਖੋ ਅਸੀਂ ਹੁਣ ਤੱਕ 50 ਸਾਲ ਪਹਿਲਾਂ ਸਾਨੂੰ ਪਤਾ ਸੀਗਾ ਵੀ ਆਪਾਂ ਰੱਬ ਸੀਗਾ, ਰੱਬ ਨੂੰ ਕਹਿੰਦੇ ਸੀ ਅਸੀਂ, ਮਤਲਬ ਰੱਬ ਇਨਸਾਨ ਨੂੰ ਪੈਦਾ ਕਰਦਾ ਹੈ ਨਾ। ਫਿਰ ਡੀਐਨਏ ਦਾ ਕਨਸੈਪਟ ਆਇਆ, ਅਸੀਂ ਕਿਹਾ ਵੀ ਡੀਐਨਏ ਨੂੰ ਅੱਗੇ ਜੀਨ ਜਿਹੜੇ ਹੁੰਦੇ ਨੇ ਉਹ ਇਨਸਾਨ ਨੂੰ ਪੈਦਾ ਕਰਦੇ ਨੇ। ਫਿਰ ਡੀਐਨਏ ਡਾਊਨਲੋਡ ਕੀਤਾ ਗਿਆ ਹੈ ਨਾ, ਉਹਦੀ ਟੈਕਨੋਲੋਜੀ ਬਣੀ, ਉਹ ਜੋ ਡੀਐਨਏ ਡਾਊਨਲੋਡ ਕੀਤੇ ਗਏ ਉਦੋਂ ਸਾਨੂੰ ਪਤਾ ਲੱਗਿਆ ਵੀ ਕਿੰਨੇ ਕੁ ਜੀਨਸ ਨੇ। ਅਸੀਂ ਸੋਚਿਆ ਸ਼ਾਇਦ ਉਹਦੇ ਵਿੱਚ 18-16 ਹਜ਼ਾਰ ਜੀਨ ਹੋਣਗੇ। ਜੋ ਸਾਡੀ ਕੰਪਿਊਟਿੰਗ ਪਾਵਰ, ਨੌਲੇਜ ਵਧੀ ਗਈ, ਸਾਡੀ ਸਾਇੰਸ ਦੇ ਬਾਰੇ ਸਾਨੂੰ ਹੋਰ ਨੌਲੇਜ ਆਉਂਦੀ ਗਈ, ਸਾਨੂੰ ਪਤਾ ਲੱਗਿਆ ਵੀ ਸਾਡੇ ਤਾਂ 20-22 ਹਜ਼ਾਰ ਤੋਂ ਜ਼ਿਆਦਾ ਜੀਨ ਹੈਗੇ ਨੇ। ਜਦੋਂ ਟੂਲ ਡਿਵੈਲਪ ਹੁੰਦੇ ਗਏ ਉਦੋਂ ਸਾਨੂੰ ਨਵੀਆਂ ਚੀਜ਼ਾਂ ਜਾਂ ਹੋਰ ਜ਼ਿਆਦਾ ਕਲੈਰਿਟੀ ਹੁੰਦੀ ਗਈ। ਹਾਂਜੀ, ਤੇ ਉਹ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਇੱਕ ਜੀਨ ਦਾ ਮਲਟੀਪਲ ਫੰਕਸ਼ਨ ਵੀ ਹੋ ਸਕਦਾ। ਜੇ ਅੱਜ ਇੱਕ ਜੀਨ ਬ੍ਰੈਸਟ ਕੈਂਸਰ ਕਰ ਸਕਦਾ ਕਾਜ਼ ਹੈ ਨਾ, ਕੱਲ ਨੂੰ ਉਹੀ ਜੀਨ ਪੈਂਕ੍ਰੀਏਟਿਕ ਦਾ ਕੈਂਸਰ ਵੀ ਕਰ ਸਕਦਾ, ਕੋਲਨ ਦਾ ਕੈਂਸਰ ਵੀ ਕਰ ਸਕਦਾ। ਹੋ ਸਕਦਾ ਮੇਰੇ ਵਾਲਾਂ ਨੂੰ ਕਾਲੇ ਜਾਂ ਚਿੱਟੇ ਰੱਖਣ ਦਾ ਫੰਕਸ਼ਨ ਵੀ ਉਹਦੇ ਕੋਲ ਹੀ ਹੋਵੇ, ਪਰ ਹਜੇ ਅਸੀਂ ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਆਪਾਂ ਗੁਰਬਾਣੀ 'ਚ ਕਹਿੰਦੇ ਹਾਂ, ਲੱਖ ਆਗਾਸਾ ਆਗਾਸ, ਲੱਖ ਪਤਾਲਾ ਪਤਾਲ, ਉਹ ਇਕੱਲੇ ਸਾਡੇ ਆਗਾਸ ਉੱਪਰ ਨਹੀਂ ਹੈਗੇ, ਸਾਡੇ ਡੀਐਨਏ ਦੇ ਵਿੱਚ ਸੀਗੇ, ਤੇ ਸਾਡੇ ਡੀਐਨਏ ਦੇ ਵਿੱਚ ਸਾਰੇ ਉਹ ਆਨਸਰ ਨੇ ਵੀ ਜੇ ਸਾਨੂੰ ਕੋਈ ਕਿਹੜੀ ਬਿਮਾਰੀ ਸਾਨੂੰ ਹੋਣੀ ਹੈ, ਕਿਹੜੀ ਬਿਮਾਰੀ ਸਾਨੂੰ ਹੁਣ ਹੈਗੀ ਹੈ, ਉਹ ਕਿਉਂ ਹੈਗੀ ਹੈ। ਅਸੀਂ ਡਾਕਟਰ ਕੋਲ ਜਾ ਕੇ ਪੁੱਛਦੇ ਹਾਂ ਵੀ ਡਾਕਟਰ ਸਾਹਿਬ ਮੈਨੂੰ ਸਾਹ ਚੜਦਾ, ਦਰਦ ਹੁੰਦਾ, ਮੈਨੂੰ ਆਹ ਕੈਂਸਰ ਹੋ ਗਿਆ। ਅਸੀਂ ਬਿਮਾਰੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਬਿਮਾਰੀ ਹੋਈ ਕਿਉਂ, ਤੇ ਉਹਦੇ ਨਾਲ ਹੋਰ ਕਿਹੜੀਆਂ ਬਿਮਾਰੀਆਂ ਲਿੰਕਡ ਨੇ ਹੈ ਨਾ। ਜੇ ਇੱਕ ਤੁਹਾਡਾ ਵੀ ਕੋਈ ਇਨਸਾਨ ਜਿਹਨੂੰ ਕੈਂਸਰ ਦੀ ਤਕਲੀਫ ਹੋ ਰਹੀ ਹੈ, ਉਹ ਕੈਂਸਰ ਉਹਨੂੰ ਹੀ ਕਿਉਂ ਹੋਇਆ,
ਤੇ ਕਿੱਦਾਂ ਦਾ ਕੈਂਸਰ ਹੈਗਾ, ਅਸੀਂ ਉਹਨੂੰ ਕਿੱਦਾਂ ਦਾ ਪ੍ਰੋਪਰ ਇਲਾਜ ਦੇ ਸਕਦੇ ਹਾਂ ਵੀ ਉਹਨੂੰ ਸਾਰਾ ਨੁਕਸਾਨ ਨਾ ਹੋਵੇ। ਹੁਣ ਦੇਖੋ ਤੁਹਾਡੇ ਕੋਲ ਚੁਆਇਸ ਹੁੰਦੀ ਹੈ ਖੇਤਾਂ ਦੇ ਵਿੱਚ, ਖੇਤਾਂ ਦੇ ਵਿੱਚ ਸਪੋਜ਼ ਕਰ ਲਓ ਜੇ ਤੁਹਾਡੇ ਇੱਕ ਖੇਤ ਦੇ ਇੱਕ ਹਿੱਸੇ ਦੇ ਵਿੱਚ ਤੁਹਾਨੂੰ ਪ੍ਰੋਬਲਮ ਹੈ ਕਿਸੇ ਕੀੜੇ ਤੋਂ, ਤੁਸੀਂ ਸਾਰੇ ਖੇਤ ਥੋੜੀ ਮਾਰ ਦੋਗੇ, ਤੁਸੀਂ ਉਸ ਕੀੜੇ ਨੂੰ ਜਾ ਕੇ ਮਾਰੋਗੇ ਨਾ, ਹੈ ਨਾ। ਤੇ ਪਰ ਅੱਜ ਕੱਲ੍ਹ ਕੈਂਸਰ ਕਿਸੇ ਨੂੰ ਹੋ ਜਾਂਦਾ, ਅਸੀਂ ਕੀ ਕਰਦੇ ਹਾਂ ਜ਼ਿਆਦਾਤਰ ਲੋਕਾਂ ਦੇ ਵਿੱਚ ਦੁਨੀਆ ਦੇ ਵਿੱਚ ਕੀ ਹੁੰਦਾ ਉਹ ਸਾਰਾ ਖੇਤ ਹੀ ਮਾਰ ਦੋ ਪੂਰੀ ਕੀਮੋਥੈਰੇਪੀ ਦੇ ਕੇ। ਪਰ ਜਿਨ੍ਹਾਂ ਲੋਕਾਂ ਕੋਲੇ ਨੌਲੇਜ ਹੈ, ਜਿਨ੍ਹਾਂ ਕੋਲੇ ਬਾਇਓਵੈਰੋ ਵਰਗੇ ਟੈਸਟ ਦਾ ਐਕਸੈਸ ਹੈ, ਉਹ ਕਹਿੰਦੇ ਜੀ ਮੈਨੂੰ ਐਗਜ਼ੈਕਟਲੀ ਦੱਸੋ ਕਿਹੜਾ ਕੀੜਾ ਹੈ, ਕਿੱਥੇ ਹੈਗਾ, ਤਾਂ ਉਹ ਕਿਹੜੀ ਦਵਾਈ ਹੈ ਜਿਹੜੀ ਉਹਨੂੰ ਮਾਫਕ ਆਏਗੀ, ਜਿਹਨੂੰ ਮਾਰ ਦੇਗੀ ਕੀੜੇ ਨੂੰ। ਅਸੀਂ ਉਹ ਆਨਸਰ ਦੇਣੇ ਆ ਤੁਹਾਨੂੰ। ਨਹੀਂ ਬਿਲਕੁਲ ਗੱਲ ਠੀਕ ਹੈਗੀ ਕਿਉਂਕਿ ਜਿਹੜੀ ਹੈਗੀ ਸਾਇੰਸ ਵੀ ਡਿਵੈਲਪ ਕਰ ਰਹੀ ਹੈਗੀ। ਜਿਵੇਂ ਮੈਨੂੰ ਯਾਦ ਆ ਰਿਹਾ ਹੈਗਾ ਖੇਤਾਂ ਦੀ ਤੁਸੀਂ ਗੱਲ ਕੀਤੀ ਹੈ ਵੀ ਕੋਈ ਕੀੜਾ ਹੈਗਾ ਤਾਂ ਜਿਵੇਂ ਬਾਅਦ 'ਚ ਫਿਰ ਜਿਹੜਾ ਹੈਗਾ ਨਾ ਵੀ ਆਪਾਂ ਜਿਵੇਂ ਜੇ ਕਿਸੇ ਨੇ ਪਾਣੀ ਯੂਰੀਆ ਪਾਉਣਾ, ਯੂਰੀਆ ਪਾ DAP ਖਾਦ ਪਾਈ ਤਾਂ ਸਾਰਿਆਂ DAP ਪਾਈ ਜਾਣੀ ਹੈਗੀ ਹੈ ਨਾ ਖਾਦ। ਪਰ ਬਾਅਦ 'ਚ ਫਿਰ ਕਹਿੰਦੇ ਸੋਇਲ ਜਿਹੜੀ ਹੈਗੀ ਕਿ ਉਹਦਾ ਤਾਂ ਟੈਸਟ ਕਰਵਾਇਆ ਹੀ ਨਹੀਂ ਹੈਗਾ ਵੀ ਉਹਦੇ 'ਚ ਘਾਟ ਕਿਹੜੀ ਚੀਜ਼ ਦੀ ਹੈਗੀ ਹੈ। ਬਿਲਕੁਲ ਸਹੀ ਗੱਲ। ਤਾਂ ਉਹ ਫਿਰ ਉਹ ਲੋਕੀ ਫਿਰ ਹੁਣ ਜਿਹੜੀ ਹੈਗੀ ਵੀ ਸੋਇਲ ਟੈਸਟ ਕਰਾਉਣਗੇ ਵੀ ਇਹਨੂੰ ਯੂਰੀਆ ਦੀ ਲੋੜ ਹੈਗੀ ਜਾਂ ਅਮੋਨੀਆ ਦੀ ਲੋੜ ਹੈਗੀ ਜਾਂ ਕਿਹੜੇ ਵੀ ਤੱਤ ਦੀ ਲੋੜ ਹੈਗੀ ਹੈ ਤੇ ਉਹੀ ਉਹਨੂੰ ਪਾਈ ਜਾਵੇ। ਹਾਂਜੀ, ਇਹਨੂੰ ਕਹਿੰਦੇ ਨੇ ਪਲਾਂਟ ਬੇਸਡ ਜੀਨੋਮਿਕਸ। ਹਾਂ, ਇਸ ਵੇਲੇ ਜਿਹੜੇ ਬੂਟੇ ਨੇ ਹੈ ਨਾ, ਵੱਖ-ਵੱਖ ਜਿਹੜੇ ਮੁਲਕ ਨੇ ਬਹੁਤ ਵੱਡੀ ਰੇਸ ਲੱਗੀ ਹੋਈ ਹੈ। ਹਰ ਪੌਦੇ ਨੂੰ ਇਸ ਵੇਲੇ ਉਹਦਾ ਸੀਕੁਐਂਸ ਕੀਤਾ ਜਾ ਰਿਹਾ, ਹਰ ਪੌਦੇ ਦਾ DNA ਹੈ। ਅੱਛਾ, ਉਹ ਪੌਦੇ ਦਾ DNA ਉਹਨੂੰ ਸੀਕੁਐਂਸ ਕੀਤਾ ਜਾ ਰਿਹਾ, ਉਹਦੀ DNA ਫਾਈਲ ਨੂੰ ਡਾਊਨਲੋਡ ਕੀਤਾ ਜਾਂਦਾ ਹੈ। ਜਿਹੜੇ ਬੂਟਿਆਂ ਦੀ DNA ਫਾਈਲ ਹੁੰਦੀ ਹੈ ਇਨਸਾਨਾਂ ਦੀ DNA ਫਾਈਲ ਤੋਂ ਵੱਡੀ ਹੁੰਦੀ ਹੈ। ਸੋ ਜਿਹੜਾ ਇੱਕ ਬੂਟਾ ਹੁੰਦਾ ਕਣਕ ਦਾ ਦਾਣਾ, ਕਣਕ ਦਾ ਬੂਟਾ ਹੈ, ਉਹਦੀ DNA ਫਾਈਲ ਜਿਹੜੀ ਮੈਮਰੀ ਹੈਗੀ ਹੈ, ਜਿਹੜਾ ਹਾਰਡ ਡਰਾਈਵ ਹੈਗੀ ਹੈ, ਬਹੁਤ ਵੱਡੀ ਹੈ ਸਾਡੀ ਨਾਲੋਂ। ਚਾਹੇ ਬੂਟਾ ਛੋਟਾ ਜਿਹਾ, ਅਸੀਂ ਬਹੁਤ ਵੱਡੇ ਹਾਂ। ਨਹੀਂ ਬੂਟੇ ਤੇ ਮੈਨੂੰ ਤਾਂ ਕਈ ਵਾਰੀ ਹੈਰਾਨਗੀ ਵੀ ਆਉਂਦੀ ਹੈਗੀ ਇਸ ਚੀਜ਼ ਦੀ ਕਿ ਜਦੋਂ ਮੰਨ ਲਓ ਕਿਸੇ ਕਿ ਆਪਾਂ ਕਣਕ ਦਾ ਜਾਂ ਛੋਲਿਆਂ ਦਾ ਕੋਈ ਆਪਾਂ ਬੀਜਦੇ ਹੈਗੇ ਆ ਨਾ, ਤੇ ਮੈਂ ਬੜਾ ਹੈਰਾਨ ਹੁੰਦਾ। ਹਾਲਾਂਕਿ ਮੈਂ BSc ਹੈਗਾ ਤੇ ਮੈਂ ਪੜ੍ਹੀ ਹੋਈ ਹੈਗੀ ਹੈ, ਤੇ ਉਹਦੇ ਵਿੱਚ ਕੀ ਹੁੰਦਾ ਕਿ ਮੈਂ ਕਿਹਾ ਵੀ ਉਹਨੂੰ ਕਿੱਦਾਂ ਪਤਾ ਲੱਗ ਜਾਂਦਾ ਪੱਤਿਆਂ ਨੇ ਤਾਂ ਨੂੰ ਹੀ ਆਉਣਾ ਹੈਗਾ, ਜੜ੍ਹਾਂ ਨੇ ਥੱਲੇ ਨੂੰ ਜਾਣਾ। ਦੈਟ ਮੀਨਸ ਉਹ DNA ਜਿਹੜਾ ਹੈਗਾ ਕਿ ਉਹ ਐਗਜ਼ੈਕਟਲੀ ਜੀਨਸ ਨੇ ਸੌਫਟਵੇਅਰ ਉਹਦੇ 'ਚ ਪਿਆ ਹੋਇਆ ਹੈਗਾ ਕਿ ਉਹਨੂੰ ਅਟਰੈਕਸ਼ਨ ਹੈਗੀ ਕਿਹੜੀ ਚੀਜ਼ ਨੇ ਕਿੱਧਰ ਨੂੰ ਜਾਣਾ, ਕੀ ਹੋਣਾ ਹੈ। ਹਾਂਜੀ, ਤੇ ਇਸੇ ਕਰਕੇ ਜਿਹੜੇ ਵੱਖ-ਵੱਖ ਮੁਲਕ ਨੇ, ਜਿਹੜੇ ਅਮੀਰ ਮੁਲਕ ਨੇ, ਆਲਰੇਡੀ ਚਾਹੇ ਬਾਸਮਤੀ ਹੈ, ਚਾਹੇ ਉਹ ਕਣਕ ਹੈ, ਚਾਹੇ ਕੁਝ ਵੀ ਹੈ, ਉਹਨੂੰ ਸੀਕੁਐਂਸ ਕੀਤਾ ਜਾ ਰਿਹਾ ਹੈ ਮਾਈਕਰੋ ਲੈਵਲ ਦੇ ਉੱਪਰ, ਤੇ ਉਹਨਾਂ ਦੇ ਉੱਪਰ ਪੈਟੈਂਟ ਫਾਈਲ ਕੀਤੇ ਜਾ ਰਹੇ ਨੇ। ਤੇ ਉਹਨਾਂ ਨੂੰ ਇਹ ਵੀ ਡਿਸਾਈਡ ਕਰ ਰਹੇ ਨੇ ਕਲਾਈਮੇਟ ਚੇਂਜ ਕਰਕੇ, ਜੋ ਕੁਦਰਤੀ ਵੈਦਰ ਚੇਂਜ ਹੋ ਰਿਹਾ, ਸਾਨੂੰ ਪਤਾ ਕਲਾਈਮੇਟ ਚੇਂਜ ਹੋ ਰਿਹਾ, ਵੀ ਕਿਹੜਾ ਬੂਟਾ ਕਿਹੜੇ ਵੈਦਰ ਦੇ ਵਿੱਚ ਰਹਿ ਸਕਦਾ ਹੈ, ਤੇ ਜਿਹੜਾ ਕਿਹੜਾ ਬੂਟਾ ਕਿਹੜੇ ਵੈਦਰ ਵਿੱਚ ਸਾਨੂੰ ਬੈਟਰ ਯੀਲਡ ਦੇ ਸਕਦਾ ਹੈ, ਬੈਟਰ ਪੈਦਾਵਾਰ ਦੇ ਸਕਦਾ ਹੈ। ਉਹਦੇ ਬਾਰੇ ਵੀ ਕਈ ਮੁਲਕ ਇਹਦੇ ਕੰਟਰੋਲ 'ਚ ਕਰ ਰਹੇ ਨੇ ਇਸ ਚੀਜ਼ ਨੂੰ, ਵੀ ਕੁਝ ਸਾਲਾਂ ਦੇ ਵਿੱਚ ਲੋਕਾਂ ਦੇ ਮੂੰਹ ਦੇ ਵਿੱਚ ਕਿਹੋ ਜਿਹਾ ਫੂਡ ਜਾਊਗਾ ਉਹ ਕੰਟਰੋਲ ਕੀਤਾ ਜਾਏਗਾ। ਕਈ ਇਹਦੀ ਵਿਰੋਧਤਾ ਵੀ ਕਰਦੇ ਪਰ ਆਪਾਂ ਉਸ ਟੌਪਿਕ ਵੱਲ ਨਹੀਂ ਜਾਂਦੇ। ਪਰ ਜੀਨੋਮਿਕ ਉਹ ਚੀਜ਼ ਹੈਗੀ ਹੈ, ਜੀਨੋਮਿਕ ਹੈਗੀ ਹੈ ਵੀ ਤੁਸੀਂ ਜਿੱਥੇ ਤੁਸੀਂ ਮਾਈਕਰੋ ਲੈਵਲ ਦੇ ਉੱਪਰ ਤੁਸੀਂ ਜਾ ਕੇ ਹੁਣ ਅੰਡਰਸਟੈਂਡ ਕਰਦੇ ਹੋ ਪ੍ਰੋਬਲਮ ਕਿੱਥੇ ਹੋ ਸਕਦੀ ਹੈ, ਤੁਸੀਂ ਉਹਨੂੰ ਮੋਡੀਫਾਈ ਕਿਵੇਂ ਕਰ ਸਕਦੇ ਹੋ, ਤੇ ਤੁਸੀਂ ਆਪਣੇ ਵਾਸਤੇ ਕਿਵੇਂ ਬਿਹਤਰ ਕਰ ਸਕਦੇ ਹੋ। ਹੁਣ ਬਾਇਓਐਰੋ ਜਿਹੜੀ ਹੈਗੀ ਹੈ ਤੁਹਾਡੀ ਫਰਮ ਹੈਗੀ ਹੈ, ਕੰਪਨੀ ਹੈਗੀ ਹੈ, ਉਹਦੇ ਵਿੱਚ ਤੁਸੀਂ ਇਹ ਜਿਹੜੀ ਹੈਗੀ ਹੈ ਸੁਵਿਧਾ ਦਿੰਦੇ ਹੈਗੇ ਹੋ ਕਿ ਮੰਨ ਲਓ ਤੁਸੀਂ ਮੇਰੇ ਜਿਹੜੇ ਹੈਗੇ ਜੀਨਸ ਜਿਹੜੇ ਹੈਗੇ ਨੇ ਉਹ ਡਾਊਨਲੋਡ ਕਰਨ ਦੀ ਤੇ ਅੱਜ ਕੱਲ੍ਹ ਕੋਈ ਲੋੜ ਨਹੀਂ, ਅੱਜ ਕੱਲ੍ਹ ਛੇਤੀ ਹੋ ਜਾਏ ਜਿਹੜੇ ਆਪਣੇ ਕੀ ਉਹਨੂੰ ਕਹਿੰਦੇ DNA ਤੇ ਈਜ਼ੀਲੀ ਹੋ ਜਾਂਦੇ ਕਿ ਨਹੀਂ ਹੋ ਜਾਂਦੇ? ਦੇਖੋ ਜੀ, ਵੀ ਕੈਨ ਫਾਈਂਡ ਈਜ਼ੀਲੀ। ਨਹੀਂ ਜੀ, ਇੰਨਾ ਆਸਾਨ ਨਹੀਂ ਹੈਗਾ। ਅੱਛਾ, ਰੱਬ ਕਰਦਾ ਸ਼ਾਇਦ ਫਿਊਚਰ ਦੇ ਵਿੱਚ ਇੰਨਾ ਆਸਾਨ ਹੋ ਜਾਏਗਾ। ਅੱਛਾ, ਮੈਨੂੰ ਲੱਗਦਾ ਸ਼ਾਇਦ ਆਪਾਂ ਈਜ਼ੀਲੀ ਅੱਜ ਕੱਲ੍ਹ ਕਰ ਲੈਂਦੇ ਹਾਂ ਕਿ DNA ਪਤਾ ਕਰ। ਨਹੀਂ ਜੀ, ਨਹੀਂ, ਇੰਨਾ ਆਸਾਨ ਨਹੀਂ ਹੈਗਾ ਜਿੰਨਾ ਲੱਗਦਾ। ਉਹ ਫਿਲਮਾਂ ਦੇ ਵਿੱਚ ਦਿਖਾਉਂਦੇ ਜ਼ਿਆਦਾ ਨੇ ਵੀ DNA ਐਡੀ ਆਸਾਨ ਚੀਜ਼ ਨਹੀਂ ਹੁੰਦੀ। ਓਕੇ, ਤੇ ਉਹ ਫਿਲਮਾਂ ਚੰਗਾ ਲੱਗਦਾ ਹੈ ਨਾ, ਫਟਾਫਟ ਆਇਆ ਕ੍ਰਿਮੀਨਲ ਫੜ ਲਿਆ, ਸ਼ਾਹਰੁਖ ਖਾਨ ਨੇ ਛਾਲ ਮਾਰਤੀ, ਮੈਚ ਕਰ ਰਿਹਾ ਫਟਾਫਟ, ਉਹ ਐਵੇਂ ਚੀਜ਼ਾਂ ਨਹੀਂ ਹੁੰਦੀਆਂ ਕਿ ਇਟਸ ਅ ਵੈਰੀ ਕੰਪਲੈਕਸ ਸਾਇੰਸ ਹੈ ਨਾ, ਈਜ਼ੀ ਸਾਇੰਸ ਨਹੀਂ ਹੈਗੀ। ਤੁਸੀਂ ਇਹ ਸੋਚੋ ਵੀ ਅੱਜ ਤੋਂ 2010 ਦੇ ਵਿੱਚ ਹੈ ਨਾ, 2010 ਦੇ ਵਿੱਚ ਤੁਸੀਂ ਲਗਾ ਲਓ ਭਈ ਕਿਹੜੀਆਂ ਫਿਲਮਾਂ ਆਉਂਦੀਆਂ ਸੀ, ਸ਼ਾਹਰੁਖ ਖਾਨ ਸੀ, ਸਲਮਾਨ ਖਾਨ ਦੀਆਂ ਫਿਲਮਾਂ ਆਉਂਦੀਆਂ ਸੀ, ਆਪਾਂ ਕੀ ਕੰਮ ਕਰਦੇ ਸੀਗੇ। 2010 ਦੇ ਵਿੱਚ ਜਦੋਂ ਮੈਂ ਗ੍ਰੈਜੂਏਟ ਕੀਤਾ ਸੀ ਕਾਰਡੀਓਲੋਜੀ ਦੇ ਪ੍ਰੋਗਰਾਮ ਤੋਂ, ਵਿਨੀਪੈਗ ਤੋਂ, ਤਾਂ ਇੱਕ ਜਿਹੜਾ DNA ਡਾਊਨਲੋਡ ਕਰਨ ਦੀ ਕਾਸਟ ਹੁੰਦੀ ਸੀ $50 ਮਿਲੀਅਨ। $50 ਮਿਲੀਅਨ। ਅੱਛਾ, ਇੱਕ DNA ਨੂੰ ਡਾਊਨਲੋਡ ਕਰਨ ਦੀ ਕਾਸਟ ਸੀ। ਦੈਟ ਮੀਨਸ ਮੇਰੇ ਸਰੀਰ 'ਚ ਉਹਨੂੰ ਲੱਭਣਾ ਹੈਗਾ DNA, ਇੱਕ DNA ਦੀ ਫਾਈਲ ਡਾਊਨਲੋਡ ਕਰਨੀ ਹੈ। ਹੁਣ ਡਾਊਨਲੋਡ ਕਿਵੇਂ ਕਰਨੀ ਹੈ? ਪਹਿਲਾਂ ਤੁਹਾਡਾ DNA ਬਲੱਡ ਦਾ ਸੈਂਪਲ ਲਿਆ ਹੈ ਨਾ, ਜਾਂ ਸਵਾਬ ਦਾ ਥੁੱਕ ਦਾ ਸੈਂਪਲ ਲਿਆ, ਉਹ ਤੋਂ ਲੈ ਕੇ ਅਸੀਂ ਪੂਰਾ DNA ਡਾਊਨਲੋਡ ਕਰਨਾ ਹੈ। ਛੋਟਾ ਮੋਟਾ DNA ਡਾਊਨਲੋਡ ਨਹੀਂ ਕਰਨਾ, ਇੱਕ ਕਿਤਾਬ ਹੈ, ਪੂਰੀ ਕਿਤਾਬ ਡਾਊਨਲੋਡ ਕਰਨੀ ਹੈ ਅਸੀਂ। ਉਹ ਤੱਕ ਤਾਂ ਅਸੀਂ ਸਿਰਫ ਕਹਿੰਦੇ ਨੇ ਕੀ ਕਰਦੇ ਸੀ, ਸਿਰਫ ਚੈਪਟਰ ਡਾਊਨਲੋਡ ਕਰਨ ਦੀ ਸਾਡੀ ਤਾਕਤ ਹੁੰਦੀ ਸੀ। ਅੱਛਾ, ਇੱਕ ਚੈਪਟਰ ਡਾਊਨਲੋਡ ਕਰ ਲਓ, ਸਾਡੇ ਵਾਸਤੇ ਉਹੀ ਬਹੁਤ ਹੈ। ਠੀਕ ਹੈ, ਅਸੀਂ ਇੰਨਾ ਕੀ ਆਈਡੀਆ ਲੱਗ ਜਾਊਗਾ। ਫਿਲਮ ਕਿੱਦਾਂ ਦੀ ਹੈਗੀ ਟ੍ਰੇਲਰ ਦੇਖ ਲਓ, ਟ੍ਰੇਲਰ ਵਾਲਾ ਹੀ ਕੰਮ ਹੈ। ਹਾਂ, ਟ੍ਰੇਲਰ ਦੇਖ ਕੇ ਅਸੀਂ ਇਲਾਜ ਕਰਾ ਲਾਂਗੇ, ਹੈ ਨਾ। ਸਰ ਡਾਕਟਰਾਂ ਨੇ ਅੱਜ ਤੱਕ ਟ੍ਰੇਲਰ ਦੇਖ ਕੇ ਇਲਾਜ ਕੀਤਾ। ਓਕੇ, ਅੱਜ ਤੱਕ ਤਾਂ ਕਿਸੇ ਨੂੰ ਕਿਤਾਬ ਪੂਰੀ ਮਿਲੀ ਹੋਈ ਨਹੀਂ। ਅੱਜ ਹੁਣ ਪੂਰੀ ਦੁਨੀਆ ਦੇ ਵਿੱਚ ਮਸਾਂ 1 ਮਿਲੀਅਨ ਲੋਕਾਂ ਦੀਆਂ ਕਿਤਾਬਾਂ ਡਾਊਨਲੋਡ ਹੋਈਆਂ ਨੇ। ਅੱਛਾ, 8 ਬਿਲੀਅਨ ਲੋਕ ਨੇ ਧਰਤੀ ਤੇ, ਸੋਚੋ।
ਕਿਤਾਬਾਂ ਡਾਊਨਲੋਡ ਹੋਈਆਂ ਹੈਗੀਆਂ, ਜਿਹਨਾਂ ਤੁਸੀਂ ਕਿਹਾ ਵੀ 1 ਮਿਲੀਅਨ ਲੋਕਾਂ ਦੀ ਜਿਹੜੀ ਹੈਗੀ ਕਿ DNA ਡਾਊਨਲੋਡ ਵੀ ਫੁੱਲ ਆਪਾਂ ਉਹਨਾਂ ਦੀ ਫਾਈਲ ਡਾਊਨਲੋਡ ਕੀਤੀ ਹੈਗੀ ਆ, ਉਹਨਾਂ ਦੀ ਕਿਉਂ ਕੀਤੀ ਗਈ ਹੈਗੀ ਹੈ ਕਿ ਕਿੰਨਾ ਕੇਸਿਸ ਸਟੱਡੀ ਵਾਸਤੇ ਕੀਤੀਆਂ ਗਈਆਂ ਕਿ ਜਾਂ ਵੀ ਕੋਈ ਹੋਰ ਕਾਰਨ ਵੀ ਉਹਦੇ ਪਿੱਛੇ ਰਹੇ ਹੋਣਗੇ? ਦੇਖੋ, ਕੁਝ ਬਿਮਾਰੀਆਂ ਦੇ ਇਲਾਜ ਲੱਭਣ ਵਾਸਤੇ, ਕੁਝ ਅੰਡਰਸਟੈਂਡ ਕਰਨ ਵਾਸਤੇ ਵੀ ਕਿਹੜੀ ਬਿਮਾਰੀ ਹੈਗੀ ਹੈ ਤੇ ਕਿਉਂ ਹੈਗੀ ਹੈ, ਜਿਹੜੀਆਂ ਹੈਗੀਆਂ ਉਹ ਕਿਉਂ ਹੈਗੀ ਹੈ, ਤੇ ਕੁਝ DNA ਡਾਊਨਲੋਡ ਕੀਤੇ ਗਏ ਅੰਡਰਸਟੈਂਡ ਕਰਨ ਵਾਸਤੇ ਕਿੱਦਾਂ ਦਾ ਇਲਾਜ ਡਿਸਕਵਰ ਕੀਤਾ ਜਾਵੇ। ਜਿਹੜੀਆਂ ਅਗਲੀਆਂ ਦਵਾਈਆਂ ਮਾਰਕੀਟ 'ਚ ਆਉਣਗੀਆਂ ਉਹ ਜੀਨੋਮਿਕਸ ਦੇ ਬੇਸ ਤੇ ਆਉਣਗੀਆਂ। ਤੁਹਾਨੂੰ ਇੱਕ ਜੀਨੋਮਿਕ ਬੇਸ ਦੇ ਉੱਪਰ ਤੁਹਾਡਾ ਟਾਰਗੇਟਡ ਟ੍ਰੀਟਮੈਂਟ ਦਿੱਤਾ ਜਾਏਗਾ। ਜਿਵੇਂ ਕੀੜਾ ਮਾਰਨਾ ਖੇਤ ਦੇ ਵਿੱਚ ਜਾ ਕੇ, ਤੁਹਾਨੂੰ ਪਰਸਨਲਾਈਜ਼ ਟ੍ਰੀਟਮੈਂਟ ਮਿਲੇਗਾ ਉਸ ਬਿਮਾਰੀ ਵਾਸਤੇ। ਅੱਜ ਆਲਰੇਡੀ ਦੇਖੋ ਤੁਸੀਂ ਵੀ ਕੋਲੈਸਟਰੋਲ ਦੀ ਦਵਾਈਆਂ ਨੇ, ਲੋਕ ਸਟੈਟਿਨ ਦੀਆਂ ਗੋਲੀਆਂ ਰੋਜ਼ ਖਾਂਦੇ ਨੇ। ਆਲਰੇਡੀ ਹੈਲਥ ਕੈਨੇਡਾ ਨੇ ਇੰਜੈਕਸ਼ਨ ਦਵਾਈ ਅਪਰੂਵ ਕਰ ਦਿੱਤੀ ਹੈ, ਜਿਹੜੀ ਤੁਸੀਂ 6 ਮਹੀਨੇ 'ਚ ਇੱਕ ਵਾਰ ਲਵਾਉਣੀ ਹੈ। ਕੋਲੈਸਟਰੋਲ ਦਾ ਇੰਜੈਕਸ਼ਨ ਹੈ। ਅੱਛਾ, ਦਵਾਈ ਖਾਣ ਦੀ ਲੋੜ ਹੀ ਨਹੀਂ ਰੋਜ਼। ਰੋਜ਼ ਹੀ ਨਹੀਂ। ਉਹ ਦਵਾਈ ਕਿੱਥੋਂ ਬਣੀ? ਉਹ ਜੀਨੋਮਿਕਸ ਤੋਂ ਬਣੀ ਹੈ। ਓਕੇ, ਤੇ ਉਸ ਸਟੱਡੀ ਬੇਸ ਦੇ ਉੱਤੇ ਜਿਹੜੀਆਂ ਚੀਜ਼ਾਂ ਆਈਆਂ, ਇਸੇ ਕਰਕੇ ਕੁਝ DNA ਉਦੋਂ ਡਾਊਨਲੋਡ ਹੋਏ, ਕੁਝ DNA ਸ਼ੌਂਕੀਆ ਡਾਊਨਲੋਡ ਹੋਏ ਡਿਸਕਵਰ ਕਰਨ ਵਾਸਤੇ। ਜਿਵੇਂ ਮੈਂ DNA ਡਾਊਨਲੋਡ ਕੀਤਾ ਸ਼ੌਂਕੀਆ ਹੈ, ਮੈਂ ਆਪਣੇ ਬੱਚਿਆਂ ਦਾ ਕੀਤਾ, ਆਪਣੇ ਮਾਂ-ਬਾਪ ਦਾ ਕੀਤਾ, ਆਪਣੇ ਵਾਈਫ ਦਾ ਕੀਤਾ, ਤੇ ਸਾਰਾ DNA ਡਾਊਨਲੋਡ ਕਰਾ ਲਿਆ। ਠੀਕ ਹੈ। ਅੱਛਾ, ਇਹ ਗੱਲ ਆਪਾਂ ਕਰ ਰਹੇ, ਮੈਂ ਤੁਹਾਨੂੰ ਵਿੱਚ ਟੋਕ ਦਿੱਤਾ ਸੀ ਕਿ ਜਦੋਂ ਆਪਾਂ 2010 ਦੀ ਗੱਲ ਕਰੀਏ ਤਾਂ ਉਦੋਂ 50 ਮਿਲੀਅਨ USD ਖਰਚਾ ਆਉਂਦਾ ਸੀ, ਪਰ ਅੱਜ ਜੇ ਕਰਨਾ ਹੋਵੇ ਤੇ ਅੱਜ ਕਿੱਥੇ ਪਹੁੰਚ ਗਏ ਆਪਾਂ? ਦੇਖੋ, ਅੱਜ ਕੋਈ ਕੰਪਿਊਟਿੰਗ ਪਾਵਰ ਵੱਧ ਗਈ ਹੈ, ਕਿਉਂ ਜਦੋਂ ਅਸੀਂ ਫਾਈਲ ਡਾਊਨਲੋਡ ਕਰਦੇ ਹਾਂ ਕਿ DNA ਦੀ ਫਾਈਲ ਲਗਭਗ 50 GB ਦੀ ਫਾਈਲ ਹੁੰਦੀ ਹੈ। ਅੱਛਾ, ਬਹੁਤ ਵੱਡੀ ਫਾਈਲ। ਇੰਨਾ ਉਹਦੇ 'ਚ ਡਾਟਾ ਹੈ, ਇੰਨਾ ਡਾਟਾ ਹੁੰਦਾ ਉਹਦੇ ਵਿੱਚ। ਅੱਛਾ, ਇਹ ਕਿਹਾ ਜਾਂਦਾ ਹੈ ਕਿ ਜਿਹੜਾ DNA ਹੈ, DNA ਦੁਨੀਆ ਦਾ ਮੋਸਟ ਕੋਸਟ ਇਫੈਕਟਿਵ ਡਾਟਾ ਸਟੋਰੇਜ ਸਿਸਟਮ ਹੈ। ਅੱਛਾ, ਹੈ ਨਾ, ਵੀ ਉਹਦੇ ਵਿੱਚ ਜੇ ਅਸੀਂ ਕੱਲ ਨੂੰ ਇਹਨਾਂ ਡਾਟਾ ਇਕੱਠਾ ਕਰਦੇ ਹਾਂ, ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਤੇ ਇਹ ਡਾਟਾ ਕਿੱਥੇ ਸਟੋਰ ਕਰਾਂਗੇ? ਸੋਚੋ ਵੀ ਅਗਲੇ 50 ਸਾਲਾਂ ਦੇ ਵਿੱਚ ਇੰਨਾ ਹੋਰ ਡਾਟਾ ਇਕੱਠਾ ਹੋ ਜਾਊਗਾ ਧਰਤੀ ਤੇ, ਉਹ ਕਿੱਥੇ ਸਟੋਰ ਕਰਾਂਗੇ ਅਸੀਂ? ਇਹ ਇੱਕ ਆਈਡੀਆ ਲਗਾਇਆ ਗਿਆ ਵਿਗਿਆਨੀਆਂ ਨੇ ਵੀ ਹੋ ਸਕਦਾ ਕੱਲ ਨੂੰ ਫਿਊਚਰ ਦੇ ਵਿੱਚ ਅਸੀਂ DNA ਦੇ ਵਿੱਚ ਡਾਟਾ ਪਾ ਦਈਏ ਕਰੀ ਵਾਪਸ। ਅੱਛਾ, ਜੇ ਅੱਜ DNA ਡਾਊਨਲੋਡ ਕਰ ਸਕਦੇ ਹਾਂ, ਕੱਲ ਨੂੰ ਹੋ ਸਕਦਾ DNA ਦੇ ਵਿੱਚ ਡਾਟਾ ਪਾ ਕੇ ਇਹਨੂੰ ਸਟੋਰੇਜ ਕਰਨਾ ਸ਼ੁਰੂ ਕਰ ਦਈਏ। ਅੱਛਾ, ਕਿਉਂਕਿ ਇਸ ਮੋਸਟ ਇੰਨੀ ਵਧੀਆ ਹਾਰਡ ਡਰਾਈਵ ਜਿਹੜੀ ਹੈਗੀ ਹੈ ਰੱਬ ਨੇ ਪਾਈ ਹੋਈ ਹੈ, ਨਿੱਕੇ ਜਿਹੇ ਡਰੱਗ ਤੁਪਕਾ ਕਹਿ ਲਓ ਤੁਸੀਂ। ਤੁਪਕਾ ਵੀ ਨਹੀਂ ਹੈਗਾ, ਆਪਾਂ ਆਈਡੀਆ ਵਾਸਤੇ ਕਹਿ ਰਹੇ ਹੈਗੇ ਤੁਪਕਾ ਹੈਗਾ, ਪਰ ਉਹਦੇ ਵਿੱਚ ਜਿਹੜੀ ਹੈਗੇ ਕੋਈ 50 GB ਫਾਈਲ ਹੈ। 50 GB ਫਾਈਲ ਪਾ ਰਹੇ ਤੁਸੀਂ? ਹਾਂਜੀ ਹਾਂਜੀ। ਤੇ ਜਦੋਂ ਤੁਸੀਂ ਉਹ ਡਾਊਨਲੋਡ ਕਰਦੇ ਹੋ 50 GB ਫਾਈਲ, ਦੇਖੋ ਵੱਖ-ਵੱਖ ਮੁਲਕਾਂ ਦੇ ਵਿੱਚ ਉਹਨੂੰ ਡਾਊਨਲੋਡ ਕਰਨਾ ਤਾਂ ਆਸਾਨ ਹੈ, ਉਹਨੂੰ ਐਨਾਲਿਸਿਸ ਕਰਨਾ ਬੜਾ ਔਖਾ ਹੈ ਨਾ। ਤੁਸੀਂ ਕਹਿੰਦੇ ਨੇ ਇੱਕ ਤੁਹਾਡੇ ਕੋਲੇ ਇੱਕ ਜੰਗਲ ਹੈ, ਜੰਗਲ ਦੇ ਵਿੱਚ ਤੁਸੀਂ ਇੱਕ ਕਹਿੰਦੇ ਨੇ ਕੋਈ ਬੂਟਾ ਛੋਟਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਉੱਪਰੋਂ GPS ਮੈਪ ਦੇ ਰਾਹੀਂ, ਹੈ ਨਾ, ਜ਼ੂਮ ਕਰਕੇ, ਤੇ ਉਹਨੂੰ ਲੱਭਣਾ ਬੜਾ ਔਖਾ ਹੈ। ਤੇ ਇਸੇ ਕਰਕੇ ਜਿਹੜੀ ਮਸ਼ੀਨ ਲਰਨਿੰਗ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਹੈ, ਸਾਡੇ ਜਿਹੜੇ ਸੁਪਰ ਕੰਪਿਊਟਰਸ ਨੇ ਹੁਣ ਸਾਨੂੰ ਹੈਲਪ ਕਰਦੇ ਨੇ। ਬਾਇਓਵੇਰੋ ਕੋਲ ਟੈਕਨੋਲੋਜੀਜ਼ ਹੈਗੀਆਂ ਨੇ, ਟੂਲਸ ਵਧੀਆ ਹੋ ਗਏ ਸਾਨੂੰ ਸਟੱਡੀ ਕਰਨ ਵਾਸਤੇ। ਹਾਂਜੀ, ਤਾਂ ਬਾਇਓਵੇਰੋ ਵਰਗੀਆਂ ਕੁਝ ਚੁਣਨ ਦੀਆਂ ਕੰਪਨੀਆਂ ਨੇ ਧਰਤੀ ਤੇ ਜਿਨ੍ਹਾਂ ਕੋਲ ਉਹ ਟੈਕਨੋਲੋਜੀਜ਼ ਹੈਗੀਆਂ ਨੇ, ਜਿਨ੍ਹਾਂ ਕੋਲ ਉਹ ਐਕਸੈਸ ਹੈਗਾ। ਤੇ ਇਸੇ ਕਰਕੇ ਜਿਹੜਾ ਉਹ ਐਕਸੈਸ ਹੈ ਕਿ ਹੁਣ ਉਹ ਜਿਹੜਾ ਟੈਸਟ ਹੈ ਵੱਖ-ਵੱਖ ਕਾਸਟ ਵੱਖ-ਵੱਖ ਮੁਲਕਾਂ ਦੇ ਵਿੱਚ ਹੈਗੀ ਹੈ। UK ਦੇ ਵਿੱਚ ਹੋਲ ਜਿਹੜਾ ਜੀਨੋਮ ਹੈ, ਜਿਹਨੂੰ ਹੋਲ DNA ਡਾਊਨਲੋਡ ਕਰਨਾ ਹੈ, ਉਹਨੂੰ ਹੋਲ DNA ਨੂੰ ਐਨਾਲਾਈਜ਼ ਵੀ ਕਰਨਾ ਹੈ। ਡਾਊਨਲੋਡ ਕਰਨਾ ਅੱਡ ਗੱਲ ਹੈ, ਉਹ ਤੋਂ ਬਾਅਦ ਉਹਨੂੰ ਸਟੱਡੀ ਵੀ ਕਰਨਾ ਜਾਂ ਐਨਾਲਾਈਜ਼ ਕਰਨਾ, ਸਾਰੀ ਚੀਜ਼ ਹੈ। ਉਹ ਜਿਹੜੀ ਕਾਸਟ ਹੈਗੀ ਹੈ, ਉਹ ਕਾਸਟ ਤੁਹਾਨੂੰ ਕਹਿੰਦੇ ਨੇ $7,000 ਵੀ ਹੋ ਸਕਦੀ ਹੈ, $10,000 ਵੀ ਹੋ ਸਕਦੀ ਹੈ। ਓਕੇ, ਪਰ ਬਾਇਓਵੇਰੋ ਦੁਨੀਆ ਦੇ ਵਿੱਚ ਇਹ ਜਿਹੀ ਕੰਪਨੀ ਹੈ ਜਿਹੜੀ ਸਭ ਤੋਂ ਸਸਤਾ ਕਰ ਰਹੀ ਹੈ। ਅੱਛਾ, $2,000 ਦੇ ਵਿੱਚ ਲੋਕ ਆਪਣਾ ਡਾਊਨਲੋਡ ਵੀ ਕਰਾ ਲੈਂਦੇ ਨੇ DNA। ਅੱਛਾ, ਉਹਦਾ ਅਸੀਂ ਐਨਾਲਿਸਿਸ ਵੀ ਕਰ ਦਿੰਦੇ ਹਾਂ। ਓਕੇ, ਤੁਸੀਂ ਉਹਦੀ ਜਨਮ ਪੱਤਰੀ ਪੜ੍ਹ ਦਿੰਦੇ ਆ ਉਹਦੀ। ਵੀ ਐਕਚੁਅਲੀ ਦੇ ਵਿੱਚ ਜਨਮ ਪੱਤਰੀ ਹੈਗੀ ਤੁਹਾਡੇ ਜਿਹੜੀ ਅੰਦਰ ਹੀ ਹੈਗੀ ਆ। ਇੱਕ ਮੇਰਾ ਕੁਐਸਚਨ ਦਿਮਾਗ 'ਚ ਇਹ ਆ ਰਿਹਾ ਹੈਗਾ ਕਿ ਜਿਵੇਂ ਅਸੀਂ ਕਿਹਾ ਕਿ DNA ਜਿਹੜੇ ਹੈਗੇ ਨੇ ਵੀ ਆਪਣੇ 'ਚ ਬਹੁਤ ਹੁੰਦੇ ਹੈਗੇ ਨਾ DNA, ਤੇ DNA ਜਿਵੇਂ ਮੰਨ ਲਓ ਕਿ ਤੁਸੀਂ ਇੱਕ DNA 'ਚ ਲਿਆ, ਉਹਦੀ ਫਾਈਲ ਤੁਸੀਂ ਡਾਊਨਲੋਡ ਕਰ ਲਈ, ਹੋ ਸਕਦਾ ਦੂਸਰਾ ਜਿਹੜਾ ਹੈਗਾ DNA ਉਹ 'ਚ ਕੋਈ ਹੋਰ ਡਿਫਰੈਂਟ ਡਾਟਾ ਹੋਵੇ, ਇੱਦਾਂ ਹੋ ਸਕਦਾ? ਹਾਂਜੀ, ਸਾਰਿਆਂ ਦਾ ਡਿਫਰੈਂਟ ਹੈ ਜੀ। ਨਹੀਂ ਬੰਦੇ ਦਾ ਨਹੀਂ ਮੈਂ ਕਹਿੰਦਾ, ਸੇਮ ਬੰਦੇ ਦੇ ਵਿੱਚ ਹੀ ਆਪਾਂ ਨਹੀਂ ਇੱਕੋ ਡਾਊਨਲੋਡ ਹੋ ਗਿਆ ਤਾਂ ਹੋ ਗਿਆ। ਨਹੀਂ, ਜਿਵੇਂ ਮੰਨ ਲਓ ਵੀ DNA ਜਿਹੜਾ ਹੈਗਾ ਨਾ, ਜੀਨ ਹੈਗੇ ਨੇ ਤੁਹਾਡੇ 20-22,000 ਜੀਨ ਅਸੀਂ ਡਾਊਨਲੋਡ ਕਰਦੇ ਹਾਂ। ਸਾਰੇ ਸਰੀਰ 'ਚ ਸੇਮ ਹੀ ਹੋਣਗੇ, ਜਾਂ ਕਿਸੇ ਹੋਰ ਪਾਰਟ 'ਚ ਜੇ ਆਪਾਂ ਕਰਦੇ ਤਾਂ ਸ਼ਾਇਦ ਕੋਈ ਡਿਫਰੈਂਟ ਹੁੰਦਾ। ਤੁਹਾਡੀ ਕਾਪੀ ਹੋਈ ਹੈ। ਅੱਛਾ, ਤੁਹਾਡੀ ਸੌਫਟਵੇਅਰ ਦੀ ਕਾਪੀ ਹੋਈ ਜਿਹੜਾ ਕੰਪਿਊਟਰ ਚਲਾਉਂਦੀ ਹੈ। ਓਕੇ, ਵੀ ਇੱਕੋ ਕਾਪੀ ਹੈ, ਇੱਕੋ ਹੀ ਹੈਗੀ ਹਾਂ, ਇੱਕੋ ਕਾਪੀ ਜਿਹੜੀ ਚਲਾਉਂਦੀ ਹੈ ਤੁਹਾਡੇ ਕੰਪਿਊਟਰ ਨੂੰ। ਠੀਕ ਹੈ। ਤੇ ਉਹ ਕੰਪਿਊਟਰ ਕਦੋਂ ਚੱਲਦਾ, ਕਦੋਂ ਅੱਖਾਂ ਖੋਲਦਾ, ਕਦੋਂ ਮੂੰਹ ਖੋਲਦਾ, ਉਹ ਕਾਪੀ ਡਿਸਾਈਡ ਕਰਦੀ ਹੈ। ਉਹ ਕਾਪੀ ਚੇਂਜ ਨਹੀਂ ਹੋ ਸਕਦੀ।
ਠੀਕ, ਹੁਣ ਆਪਾਂ ਉਹਨੂੰ ਡੀਐਨਏ ਨੂੰ ਡਾਊਨਲੋਡ ਕਰ ਲਿਆ, ਉਹਦੇ 'ਚ ਜਿਹੜੀ ਹੈਗੀ ਆ ਤੁਸੀਂ ਕਹਿ ਕੇ ਅਸੀਂ ਉਹਨੂੰ ਐਨਾਲਾਈਜ਼ ਕਰਦੇ ਹੈਗੇ ਆ ਕਿ ਇਹਦੇ 'ਚ ਕੀ ਹੈਗਾ, ਕੀ ਵੇਖਦੇ ਹੈਗੇ ਤੁਸੀਂ, ਤੁਹਾਨੂੰ ਕਿੱਦਾਂ ਪਤਾ ਲੱਗਦਾ ਹੈਗਾ ਕਿ ਇਹਨੂੰ ਕਿਹੜੀ ਡਿਸੀਜ਼ ਹੈਗੀ ਆ ਜਾਂ ਕਿਹੜਾ ਹੈਲਥ ਇਸ਼ੂ ਹੈਗਾ ਜਾਂ ਫਿਊਚਰ ਦੇ ਵਿੱਚ ਕਿਹੜਾ ਹੋ ਸਕਦਾ ਹੈ, ਇਸ ਤਰ੍ਹਾਂ ਦੀ ਸਟੱਡੀ ਕਰਦੇ ਹੈਗੇ ਤਾਂ ਕਿਸ ਤਰ੍ਹਾਂ ਕਰਦੇ ਹੈਗੇ ਉਹ? ਅਸੀਂ ਕੀ ਕਰਦੇ ਹਾਂ, ਪਹਿਲਾਂ ਦੇਖੋ ਕਿਸੇ ਦਾ ਬਲੱਡ ਦਾ ਡ੍ਰੌਪ ਸੈਂਪਲ ਲਿਆ ਛੋਟਾ ਜਿਹਾ, ਬਲੱਡ ਦਾ ਜਿਹੜੀ ਡੀਐਨਏ ਕੁਆਲਿਟੀ ਹੁੰਦੀ ਹੈ ਪਿਓਰ ਹੁੰਦੀ ਹੈ, ਜਿਹੜਾ ਥੋਕਾ ਲਾ ਹੁੰਦਾ ਡੀਐਨਏ ਉਹਨਾਂ ਪਿਓਰ ਨਹੀਂ ਹੁੰਦਾ ਹੈਗਾ, ਉਹਨੂੰ ਉਹਦੇ ਕੰਪਲੈਕਸਿਟੀਜ਼ ਨੇ, ਤੇ ਉਹ ਜੋ ਤੁਪਕਾ ਡ੍ਰੌਪ ਦਾ ਲੈ ਕੇ ਅਸੀਂ ਡੀਐਨਏ ਨੂੰ ਅਸੀਂ ਪਹਿਲਾਂ ਉਹਨੂੰ ਉਹਨੂੰ ਪਿਓਰੀਫਾਈ ਕਰਦੇ ਹਾਂ। ਸਾਡੇ ਕੋਲ ਰੋਬੋਟਿਕ ਸਿਸਟਮ ਹੈ, ਰੋਬੋਟਸ ਹੈਗੇ ਨੇ, ਉਹ ਰੋਬੋਟਸ ਕੰਮ ਕਰਦੇ ਨੇ, ਉਹਨੂੰ ਪਿਓਰੀਫਾਈ ਇੱਕ ਕਹਿ ਲਓ ਵੀ 24 ਕੈਰਟ ਦਾ 골ਡ ਤਿਆਰ ਕਰਦੇ ਨੇ ਉਹ, ਠੀਕ ਹੈ ਨਾ, ਪਿਓਰੀਫਾਈ ਕਰਕੇ। ਉਹ ਤੋਂ ਬਾਅਦ ਅਸੀਂ ਇੱਕ ਸਪੈਸ਼ਲ ਪ੍ਰੋਸੈਸ ਨੂੰ ਲਾਇਬ੍ਰੇਰੀ ਪ੍ਰੈਪਰੇਸ਼ਨ ਕਹਿੰਦੇ ਹਾਂ, ਉਹ ਤੋਂ ਬਾਅਦ ਫਿਰ ਅਸੀਂ ਉਹਨੂੰ ਸੀਕੁਐਂਸਰ ਮਸ਼ੀਨ 'ਚ ਪਾ ਦਈਦਾ ਹੁੰਦਾ। ਉਹ ਮਸ਼ੀਨ ਹੈ, ਉਹ ਸੁਪਰ ਕੰਪਿਊਟਰਸ ਹੁੰਦੇ ਨੇ, ਹੈ ਨਾ, ਮਸ਼ੀਨ ਦੇ ਵਿੱਚ ਉਹ ਜੀ ਮਸ਼ੀਨ ਹੁੰਦੀ ਹੈ 3 ਤੋਂ 4 ਦਿਨ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਹੁੰਦੀ ਹੈ, ਅਨਇੰਟਰਪਟਡ, ਉਹ ਬੰਦ ਨਹੀਂ ਹੋ ਸਕਦੀ। ਇਹਦੀ ਬਿਜਲੀ ਚਲੀ ਗਈ, ਉਹ ਜਿਹੜਾ ਐਕਸਪੈਰੀਮੈਂਟ ਚੱਲ ਰਿਹਾ ਸੀਗਾ ਡਾਊਨਲੋਡ ਦਾ, ਉਹ ਖਤਮ ਹੋ ਗਿਆ, ਤੁਹਾਨੂੰ ਹੁਣ ਦੁਬਾਰਾ ਸ਼ੁਰੂ ਕਰਨਾ ਹੈ, ਤੁਹਾਨੂੰ ਉਹ ਅਨਇੰਟਰਪਟਡ ਇਲੈਕਟ੍ਰਿਸਿਟੀ ਚਾਹੀਦੀ ਹੈ। ਹੁਣ ਜੇ ਪੰਜਾਬ ਦੇ ਵਿੱਚ ਕਿਸੇ ਨੇ ਐਕਸਪੈਰੀਮੈਂਟ ਸ਼ੁਰੂ ਕਰਤਾ, ਹੁਣ ਸੋਚੋ ਉਹਨੂੰ ਬਿਜਲੀ ਜਾਵੇ ਨਾ, ਠੀਕ ਹੈ ਨਾ, ਉਹ ਤੁਸੀਂ ਬੰਦ ਨਹੀਂ ਕਰ ਸਕਦੇ ਐਕਸਪੈਰੀਮੈਂਟ ਨੂੰ, ਹੈ ਨਾ। ਤੇ ਜਦੋਂ ਚੱਲ ਰਿਹਾ ਉਹ ਤੋਂ ਉਹਨੂੰ ਜਿਹੜੀ ਫਾਈਲ ਡਾਊਨਲੋਡ ਹੁੰਦੀ ਹੈ, ਉਹ ਇੱਕ ਬਾਈਨਰੀ ਫਾਈਲ ਹੁੰਦੀ ਹੈ ਡਾਊਨਲੋਡ, ਜਿਹਨੂੰ ਅਸੀਂ ਕਹਿੰਦੇ 0101 ਕੰਪਿਊਟਰ ਲੈਂਗੁਏਜ ਦੇ ਵਿੱਚ, ਠੀਕ ਹੈ। ਉਹ ਤੋਂ ਬਾਅਦ ਫਿਰ ਅਸੀਂ ਉਹਨੂੰ ਕਨਵਰਟ ਕਰਦੇ ਹਾਂ ਅਮੀਨੋ ਐਸਿਡ ਦੇ ਵਿੱਚ, ਸੁਣਿਆ ਹੁਣ ਅਸੀਂ ਬਾਇਓਲੋਜੀ ਤੇ ਜਾਣਦੇ ਹੋਵੋਗੇ। ਫਿਰ ਅਸੀਂ ਉਹਨੂੰ ਜੀਨ ਦੇ ਵਿੱਚ ਕਨਵਰਟ ਕਰਦੇ ਹਾਂ, ਫਿਰ ਅਸੀਂ ਉਹਨੂੰ ਐਨਾਲਿਸਿਸ ਕਰਦੇ ਹਾਂ ਉਹਦਾ, ਹੈ ਨਾ, ਮੈਨੂਅਲੀ ਤੇ ਮਸ਼ੀਨ ਲਰਨਿੰਗ ਦੇ ਨਾਲ। ਫਿਰ ਦੇਖਦੇ ਹਾਂ ਵੀ ਕਿਹੜੇ ਕਿਹੜੇ ਜੀਨਸ ਨੇ ਜਿਹੜੇ ਇਹ ਬਾਹਰ ਆ ਰਹੇ ਨੇ, ਜਿਹੜੇ ਇਨਸਾਨ ਦੇ ਵਿੱਚੋਂ ਜਿਹੜੇ ਪ੍ਰੋਬਲਮੈਟਿਕ ਨੇ, ਉਹਨਾਂ ਜੀਨਾਂ ਨੂੰ ਅਸੀਂ 5 ਕੈਟੇਗਰੀ 'ਚ ਡਿਸਾਈਡ ਕਰਦੇ ਹਾਂ, ਹੈ ਨਾ। ਉਹਨੇ ਕਹਿੰਦੇ ਵੀ ਇਹ ਜੀਨ ਪੈਥੋਜੈਨਿਕ ਹੈ, ਮੀਨਸ ਇਹ ਜੀਨ ਨੇ ਕ੍ਰਾਈਮ ਕਰਨਾ ਹੈ, ਹੈ ਨਾ, ਕ੍ਰਿਮੀਨਲ ਮਾਈਂਡ ਹੈ ਬੰਦੇ ਦਾ, ਹੈ ਨਾ, ਕ੍ਰਾਈਮ ਕਰੂਗਾ ਪਰ ਕੀਤਾ ਨਹੀਂ, ਜੀਨ ਤੋਂ ਪਤਾ ਲੱਗ ਜਾਂਦਾ ਹੈਗਾ। ਹਾਂਜੀ, ਇਹ ਪੈਥੋਜੈਨਿਕ ਜੀਨ ਨੇ, ਮਿਊਟੇਸ਼ਨਸ ਨੇ, ਹੈ ਨਾ, ਉਹ ਜਿਹੜੀ ਮਿਊਟੇਸ਼ਨ ਹੈਗੀ ਹੈ ਜੀਨ ਕ੍ਰਾਈਮ ਕਰੂਗਾ। ਤਾਂ ਇਹ ਵੀ ਇੱਕ ਸਟੱਡੀ ਹੋਈ ਹੈਗੀ ਕਿ ਜੇ ਇਸ ਤਰ੍ਹਾਂ ਦਾ ਜੀਨ ਹੋਏਗਾ ਤੇ ਕ੍ਰਾਈਮ ਕਰੇਗਾ, ਇਸ ਤਰ੍ਹਾਂ ਦਾ ਹੋਏਗਾ ਤੇ ਕੂਲ ਮਾਈਂਡ ਬੰਦਾ ਹੋਏਗਾ ਜਾਂ ਇਸ ਤਰ੍ਹਾਂ ਹੋਏਗਾ। ਹਾਂ, ਬੇਸਿਕਲੀ ਜੀਨ ਨੂੰ 5 ਕੈਟੇਗਰੀ ਡਿਸਾਈਡ ਕਰ ਦਿੰਦੇ ਹੋ, ਜੀਨ ਨੇ ਕ੍ਰਾਈਮ ਕਰਨਾ ਹੈ ਨਾ, ਜਾਂ ਲਾਈਕਲੀ ਕ੍ਰਾਈਮ ਕਰਨਾ ਹੈ ਨਾ, ਜਾਂ ਜੀਨ ਅਜੇ ਪਤਾ ਨਹੀਂ ਹੈਗਾ, ਸਾਨੂੰ ਹਜੇ ਪਤਾ ਨਹੀਂ ਹੈਗਾ, ਬੰਦਾ ਇਸ ਪਾਸੇ ਜਾਊਗਾ ਉਸ ਪਾਸੇ ਜਾਊਗਾ, ਜਾਂ ਲਾਈਕਲੀ ਸਾਊ ਬੰਦਾ ਹੈਗਾ, ਇਹ ਪੱਕਾ ਹੀ ਸਾਊ ਬੰਦਾ, ਹੈ ਨਾ, ਐਵੇਂ ਮੰਨ ਲਓ ਤੁਸੀਂ, ਠੀਕ ਹੈ। ਤੇ ਹੁਣ ਜਿਹਨੇ ਕ੍ਰਾਈਮ ਕਰਨਾ, ਕਈ ਵਾਰ ਕ੍ਰਾਈਮ ਹੋ ਚੁੱਕਿਆ ਹੁੰਦਾ, ਬਿਮਾਰੀ ਹੋ ਚੁੱਕੀ ਹੈ, ਤਾਂ ਅਸੀਂ ਫਿਰ ਲਿੰਕ ਕਰਦੇ ਹਾਂ ਵੀ ਕਿਹੜੇ ਜੀਨ ਨੇ ਕ੍ਰਾਈਮ ਕੀਤਾ, ਹੈ ਨਾ, ਤੇ ਉਹ ਜੀਨ ਨੇ ਕ੍ਰਾਈਮ ਕੀਤਾ ਤਾਂ ਹੋਰ ਕਿਹੜਾ ਕ੍ਰਾਈਮ ਕਰ ਸਕਦਾ ਹੈ ਜੀਨ, ਠੀਕ ਹੈ। ਕਿਉਂ ਜੇ ਅੱਜ ਉਹਨੇ ਜਾ ਕੇ ਘਰ ਦੇ ਵਿੱਚ ਜਾ ਕੇ ਕਿਸੇ ਨੂੰ ਚਾਕੂ ਮਾਰਿਆ, ਕੱਲ ਨੂੰ ਬੰਬ ਵੀ ਮਾਰ ਸਕਦਾ ਜਾ ਕੇ, ਹੈ ਨਾ, ਕਿਸੇ ਕਹਿੰਦੇ ਨੇ ਜੇਬ ਮਾਰੀ ਵੀ ਕਰ ਸਕਦਾ, ਜੇਬ ਵੀ ਕੱਟ ਸਕਦਾ, ਅਸੀਂ ਉਹ ਵੀ ਦੇਖਣਾ ਹੁੰਦਾ, ਐਨਾਲਿਸਿਸ ਕਰਨਾ ਹੁੰਦਾ ਬਿਮਾਰੀ ਦਾ। ਪਰ ਆਪਾਂ ਇਹ ਜਸਟ ਐਗਜ਼ਾਮਪਲ ਲੈ ਰਹੇ ਹਾਂ, ਪਰ ਅਦਰਵਾਈਜ਼ ਆਪਾਂ ਇਹ ਵੇਖ ਰਹੇ ਹੈਗੇ ਕਿ ਇਹ ਮਾੜਾ ਜੀਨ ਜਿਹੜਾ ਹੈਗਾ ਕਿ ਇਹ ਕੋਈ ਡਿਸੀਜ਼ ਪੈਦਾ ਕਰੇਗਾ। ਹਾਂਜੀ, ਤੇ ਇਹ ਡਿਸੀਜ਼ ਪੈਦਾ ਕਰੇਗਾ ਜਾਂ ਕਰ ਚੁੱਕਿਆ ਹੈਗਾ, ਮਤਲਬ ਇਹ ਨਾ ਸਮਝੋ ਕੋਈ ਸਾਰੇ ਨੇ ਵੀ ਜਿਹੜੇ ਹੈਗੇ ਵੀ ਸ਼ਰੀਫ ਹੀ ਹੋਣਾ ਤੇ ਜਾਂ ਬੰਬ ਹੀ ਸੁੱਟਣ ਵਾਲੇ ਹੋਣੇ ਨੇ, ਦੈਟ ਮੀਨਸ ਕਿ ਇਹ ਵੀ ਉਸ ਜਿਹੜਾ ਜੀਨ ਜਿਹੜੇ ਇਹਨਾਂ ਨੇ 5 ਤਰ੍ਹਾਂ ਦੇ ਜਿਹੜੇ ਕੀਤੇ ਹੈਗੇ ਨੇ, ਉਹਨਾਂ ਦੇ ਵੀ ਕਿਸ ਤਰ੍ਹਾਂ ਦੀ ਟੈਂਡੈਂਸੀ ਹੋ ਸਕਦੀ ਹੈਗੀ ਹੈ ਕਿ ਉਹ ਬਿਮਾਰੀ ਪੈਦਾ ਕਰ ਚੁੱਕੇ ਵੀ ਹੋ ਸਕਦੇ ਨੇ, ਤੇ ਬਿਮਾਰੀ ਪੈਦਾ ਕਰ ਵੀ ਸਕਦੇ ਨੇ, ਮੇਜਰ ਬਿਮਾਰੀ ਵੀ ਪੈਦਾ ਕਰ ਸਕਦੇ ਨੇ, ਜਾਂ ਇੱਕ ਮਾਈਨਰ ਬਿਮਾਰੀ ਵੀ ਪੈਦਾ ਕਰ ਸਕਦੇ। ਸਮਝਾਉਣ ਦਾ ਡਾਕਟਰ ਸਾਹਿਬ ਦਾ ਮਤਲਬ ਇਹ ਹੈਗਾ। ਹਾਂਜੀ, ਬਿਲਕੁਲ ਸਹੀ, ਥੈਂਕ ਯੂ। ਤੇ ਉਹ ਜਦੋਂ ਆਇਡੈਂਟੀਫਾਈ ਹੋ ਗਏ ਕੈਟਾਗਰੀ 5, ਹੈ ਨਾ, ਉਸ ਕੈਟਾਗਰੀ ਦੇ ਵਿੱਚ ਪਾ ਲਏ ਤੁਸੀਂ ਉਹਨਾਂ ਨੂੰ। ਹੁਣ ਜਿਹੜੇ ਤੁਹਾਡੇ ਜੀਨ ਜਿਹੜੇ ਹੈਗੇ ਨੇ, ਜਿਹੜੇ ਪੈਥੋਜੈਨਿਕ ਅਸੀਂ ਕਹਿ ਦਿੰਦੇ ਹਾਂ, ਫਿਰ ਅਸੀਂ ਦੇਖਦੇ ਹਾਂ ਵੀ ਇਨਸਾਨ ਨੂੰ ਸਿੰਪਟਮਸ ਕੀ ਨੇ, ਹੈ ਨਾ, ਵੀ ਉਹ ਜੀਨਸ ਨਾਲ ਮੈਚ ਕਰਦੇ ਨੇ, ਹੈ ਨਾ। ਫਿਰ ਅਸੀਂ ਉਹਨਾਂ ਨੂੰ ਕੋਰਿਲੇਟ ਕਰਦੇ ਹਾਂ, ਫਿਰ ਦੇਖਦੇ ਹਾਂ ਵੀ ਕਿਹੜੀਆਂ ਹੋਰ ਬਿਮਾਰੀਆਂ ਉਹਦੇ ਨਾਲ ਲਿੰਕ ਨੇ। ਫਿਰ ਅਸੀਂ ਇਹ ਵੀ ਦੇਖਦੇ ਹਾਂ ਵੀ ਕਿਹੜੀਆਂ ਦਵਾਈਆਂ ਨੇ ਜਿਹੜੀਆਂ ਇਸ ਬਿਮਾਰੀ ਨੂੰ ਇਲਾਜ ਕਰ ਸਕਦੀਆਂ ਨੇ, ਹੈ ਨਾ। ਇਨਸਾਨ ਦਾ ਵੀ ਕਿਹੜੀ ਦਵਾਈ ਇਹਨਾਂ ਨੂੰ ਮਾਫਕ ਆਏਗੀ। ਅੱਜ ਕੱਲ੍ਹ ਸਿਸਟਮ ਦੇ ਵਿੱਚ ਕੀ ਹੁੰਦਾ, ਡਾਕਟਰ ਮਰੀਜ਼ ਮੇਰੇ ਕੋਲ ਆਉਂਦੇ ਨੇ ਵੀ ਤੁਸੀਂ ਸਾਰੇ ਇਹੀ ਦਵਾਈ ਲਓ ਜੀ, ਐਸਪਿਨ ਦੀ ਗੋਲੀ ਖਾਓ, ਸਟੈਟਿਨ ਦੀ ਗੋਲੀ ਖਾਓ, ਬਲੱਡ ਪ੍ਰੈਸ਼ਰ ਦੀ 2 ਗੋਲੀਆਂ ਖਾਓ, ਤੇ ਇੱਕ ਦੀ ਹੋਰ ਗੋਲੀ ਖਾ ਲਓ, ਹੈ ਨਾ। ਹਰ ਦਿਲ ਦਾ ਡਾਕਟਰ 5 ਗੋਲੀਆਂ ਦਿੰਦਾ ਹੀ ਦਿੰਦਾ ਉਹ। ਹੁਣ ਸਾਨੂੰ ਇਹ ਨਹੀਂ ਪਤਾ ਵੀ ਤੁਸੀਂ ਮਾਫਕ ਆਊਗੀ ਕਿ ਨਹੀਂ ਆਊਗੀ, ਉਹ ਤੀਰ ਤੁੱਕੇ ਵਾਲਾ ਕੰਮ ਹੋ ਗਿਆ, ਤੁੱਕੇ ਵਾਲਾ ਕੰਮ ਹੈ, ਹਿੱਟ ਐਂਡ ਟ੍ਰਾਇਲ ਵਾਲਾ ਕੰਮ ਹੈ, ਵੀ ਦੇਤੀ ਹੈ ਵੀ ਚਲੋ ਕੋਈ ਕੰਮ ਕਰਕੇ ਕੋਈ ਨਹੀਂ ਕੀਤੀ, ਫਿਰ ਚੇਂਜ ਕਰ ਲਈ, ਹਾਂਜੀ ਫਿਰ ਚੇਂਜ ਕਰ ਲਈ, ਕੋਈ ਬਚੂਗਾ ਕੋਈ ਮਰੂਗਾ। ਹੁਣ ਲੋਕ ਮੇਰੇ ਕੋਲ ਆਉਂਦੇ ਨੇ, ਡਾਕਟਰ ਕਪੂਰ ਕੋਲ ਜਾ ਕੇ ਆਏ ਸੀ, ਮੈਨੂੰ ਫਿਰ ਹਾਰਟ ਅਟੈਕ ਹੋ ਗਿਆ। ਹੁਣ ਡਾਕਟਰ ਕਪੂਰ ਥੋੜੀ ਹਾਰਟ ਅਟੈਕ ਕੀਤਾ, ਹੁਣ ਡਾਕਟਰ ਕਪੂਰ ਟੂਲ ਹੀ ਹੋਈ ਸੀਗੇ, ਟੂਲ ਹੀ ਹੋਈ ਸੀ। 19 ਮਤਲਬ ਜਿਹੜੀ ਹੈਗੀ ਕਿ ਉਹਨਾਂ ਨੂੰ ਕਹਿ ਲਓ ਕਿ ਜਿਹੜਾ ਹੈਗਾ ਵੀ ਅਵੇਲੇਬਲ ਗਿਆਨ ਸੀ, ਉਹ ਉਹਦੇ ਹਿਸਾਬ ਨਾਲ ਜੋ ਜਿੰਨੀ ਸਾਇੰਸ ਦੱਸ ਸਕਦੀ ਸੀਗੀ, ਉਹ ਜਿਹੀਆਂ ਦਵਾਈਆਂ ਬਣੀਆਂ ਸੀਗੀਆਂ।
ਹੁਣ ਸਾਨੂੰ ਇਹ ਪਤਾ ਜਿਹੜੀ ਸਟੈਟਿਨ ਦੀ ਗੋਲੀ ਹੈ, ਕੋਲੈਸਟਰੋਲ ਦੀ ਗੋਲੀ ਹੈ, ਹਰ ਇਨਸਾਨ ਨੂੰ ਮਾਫਕ ਨਹੀਂ ਆਉਂਦੀ। ਸਾਨੂੰ ਇਹ ਵੀ ਪਤਾ ਹਰ ਇਨਸਾਨ ਨੂੰ ਇਹ ਬੈਨੀਫਿਟ ਵੀ ਨਹੀਂ ਦਿੰਦੀ, ਪਰ ਸਾਡੇ ਕੋਲ ਆਪਸ਼ਨ ਹੀ ਹੋਰ ਆਪਸ਼ਨ ਨਹੀਂ ਹੈਗੀ। ਮਤਲਬ ਗੱਲ ਇਹ ਹੈ ਹਾਂ, ਅਸੀਂ ਸਾਰਿਆਂ ਨੂੰ ਉਹੀ ਦਿੰਦੇ ਹਾਂ ਗੋਲੀ। ਪਰ ਇਹ ਜਿਹੜੀ ਟੈਕਨੀਕ ਹੈਗੀ ਇਹਦੇ ਨਾਲ ਕੀ ਹੁੰਦਾ ਕਿ ਸਾਨੂੰ ਥੋੜੀ ਜਿਹੀ ਕਲੈਰਿਟੀ ਹੋ ਜਾਂਦੀ ਹੈਗੀ ਕਿ ਇਹਦੇ ਬੰਦੇ ਦੇ ਜੀਨ ਕਿਸ ਥੋੜੀ ਨਹੀਂ ਜੀ, 100% ਕਲੈਰਿਟੀ ਹੈ, 100% ਹੋ ਜਾਂਦੀ ਹੈ। ਇਹ ਤੁਹਾਨੂੰ ਕਲੈਰਿਟੀ ਹੈ ਵੀ ਤੁਹਾਨੂੰ ਤੁਸੀਂ ਦਵਾਈ ਟਰਾਈ ਕਰਨ ਦੀ ਲੋੜ ਹੀ ਨਹੀਂ ਤੁਹਾਨੂੰ। ਅੱਛਾ, ਮੰਨ ਲਓ ਕਿ ਆਪਾਂ ਜੀਨ ਵੀ ਆਇਡੈਂਟੀਫਾਈ ਕਰ ਲਿਆ, ਸਾਹਮਣੇ ਆ ਗਿਆ ਤੇ ਉਹਨੂੰ ਸਾਨੂੰ ਪਤਾ ਲੱਗ ਗਿਆ ਵੀ ਇਹਦੇ 'ਚ ਇਹ ਜੀਨ ਹੈ, ਇਹਨੂੰ ਪ੍ਰੋਬਲਮ ਕਰੇਗਾ। ਕੀ ਉਸ ਜੀਨ ਨੂੰ ਆਪਾਂ ਫਿਰ ਖਤਮ ਕਰਦੇ ਹਾਂ ਜਾਂ ਕੀ ਕਰਦੇ ਹੈਗੇ ਆ, ਕਿਹੜੀ ਮੈਡੀਸਿਨ ਦੇ ਨਾਲ ਜਾਂ ਕਿੱਦਾਂ ਕਰਦੇ ਆ ਕਿ ਉਹ ਮੈਡੀਸਿਨਸ ਅਵੇਲੇਬਲ ਵੀ ਹੈਗੀਆਂ ਉਹਨੂੰ ਠੀਕ ਕਰਨ ਵਾਸਤੇ? ਨਹੀਂ ਜੀ, ਉਹਨੂੰ ਕਹਿੰਦੇ ਨੇ ਜੀਨ ਐਡੀਟਿੰਗ। ਜਿਵੇਂ ਤੁਸੀਂ ਫਿਲਮ ਐਡਿਟ ਕਰਦੇ ਹੋ ਜਾਂ ਤੁਸੀਂ ਅੱਜ ਵੀਡੀਓ ਐਡਿਟ ਕਰੋਗੇ ਤੇ ਉਹਨੂੰ ਜੀਨ ਐਡੀਟਿੰਗ ਕਹਿੰਦੇ ਨੇ। ਜੀਨ ਦੀ ਇੱਕ ਫਿਲਮ ਬਣੀ ਹੋਈ ਹੈ, ਤੁਸੀਂ ਐਂ ਸੋਚ ਲਓ, ਠੀਕ ਹੈ ਨਾ। ਉਹ ਇੱਕ ਜਿਹੜਾ ਇੱਕ ਸੀਨ ਹੈ, ਇੱਕ ਜਿਹੜਾ ਸੀਨ ਹੈ ਫਿਲਮ ਨੂੰ ਖਰਾਬ ਕਰ ਰਿਹਾ ਹੈ ਨਾ, ਉਹ ਤੁਸੀਂ ਸੀਨ ਨੂੰ ਬਾਹਰ ਕੱਢਣਾ ਹੈ ਨਾ, ਉਹਨੂੰ ਕਹਿੰਦੇ ਜੀਨ ਐਡੀਟਿੰਗ। ਕਈ ਮੁਲਕਾਂ ਦੇ ਵਿੱਚ ਉਹ ਇਲੀਗਲ ਹੈ ਹਜੇ, ਉਹਨੂੰ ਬੈਨ ਕੀਤਾ ਗਿਆ। ਅੱਛਾ, ਤੁਸੀਂ ਜੀਨ ਨਾਲ ਛੇੜਖਾਨੀ ਨਾ ਕਰੋ, ਛੇੜਖਾਨੀ ਕਰ ਸਕਦੇ ਤੁਸੀਂ। ਇਨਸਾਨ ਦਾ ਡੀਐਨਏ ਨਹੀਂ ਚੇਂਜ ਕਰਨਾ, ਤੁਸੀਂ ਡਾਊਨਲੋਡ ਕਰ ਲਿਆ, ਹੁਣ ਰੱਬ ਨਹੀਂ ਬਣਨਾ। ਕਿ ਤੁਸੀਂ ਰੱਬ ਬਣ ਸਕਦੇ ਹੋ ਪਰ ਰੱਬ ਨਹੀਂ ਬਣਨਾ, ਉਹ ਇਹ ਕਹਿ ਰਹੇ ਨੇ ਸਾਨੂੰ ਕਾਨੂੰਨੀ ਤੌਰ ਤੇ। ਅਜੇ ਤੱਕ ਮਤਲਬ ਇੰਨੀ ਜਿਹੜੀ ਹੈਗੀ ਕਿ ਨਹੀਂ ਖੁੱਲ੍ਹ ਹੋਈ ਕਿ ਆਪਾਂ ਉਹਨੂੰ ਕਰ ਸਕੀਏ। ਹਾਂ, ਤੁਸੀਂ ਕੁੱਤੇ ਬਿੱਲੀ 'ਚ ਕਰ ਲਓ। ਅੱਛਾ, ਹਾਂ, ਤੁਸੀਂ ਕੁੱਤੇ ਬਿੱਲੀ ਨਵੇਂ ਬਣਾ ਲਓ, ਹੈ ਨਾ। ਯੂਕੇ 'ਚ ਕੰਪਨੀ ਹੈਗੀ ਹੈ, ਕੁੱਤੇ ਬਿੱਲੀ 10 ਬਣਾ ਲਓ ਤੁਸੀਂ ਇੱਕ ਕੁੱਤੇ ਤੋਂ, ਕੋਈ ਨੁਕਸਾਨ ਨਹੀਂ ਹੈਗਾ। ਪਰ ਇਨਸਾਨ 'ਚ ਨਹੀਂ ਕਰਨਾ ਕਹਿੰਦੇ, ਠੀਕ ਹੈ ਹਜੇ। ਪਰ ਕੁਝ ਮੁਲਕਾਂ ਦੇ ਵਿੱਚ ਅਲਾਉਡ ਹੈਗਾ। ਜੇ ਤੁਹਾਡੇ ਕੋਲ ਬਿਮਾਰੀ ਹੈ ਤੇ ਜਿਹੜੀ ਬਿਮਾਰੀ ਦੀ ਦਵਾਈ ਹੈ ਤੁਹਾਨੂੰ ਮਾਫਕ ਨਹੀਂ ਆ ਰਹੀ ਜਾਂ ਰੇਅਰ ਬਿਮਾਰੀ ਹੈ, ਤਾਂ ਤੁਸੀਂ ਉਹ ਜੀਨ ਨੂੰ ਐਡਿਟ ਕਰ ਸਕਦੇ ਹੋ। ਪਿਛਲੇ ਸਾਲ ਨਿਊਜ਼ੀਲੈਂਡ ਦੇ ਵਿੱਚ ਇੱਕ ਇਨਸਾਨ ਨੂੰ ਕੋਲੈਸਟਰੋਲ ਦੀ ਬਹੁਤ ਬਿਮਾਰੀ ਸੀ। ਕੋਲੈਸਟਰੋਲ ਜੈਨੇਟਿਕਲੀ ਹੁੰਦੀ ਹੈ, ਉਹ ਇਨਸਾਨ ਦਾ ਕੋਲੈਸਟਰੋਲ ਬਹੁਤ ਬਣਦਾ ਸੀਗਾ। ਉਹਨੇ ਦਵਾਈਆਂ ਟਰਾਈ ਕੀਤੀਆਂ, ਦਵਾਈਆਂ ਨਹੀਂ ਕੰਟਰੋਲ 'ਚ ਕਰ ਪਾਈਆਂ। ਉਹ ਕਹਿੰਦਾ ਜੀ ਮੇਰਾ ਜੀਨ ਐਡਿਟ ਕਰ ਦਿਓ। ਉਹਨੂੰ ਕ੍ਰਿਸਪਰ ਕਹਿੰਦੇ ਨੇ, ਕ੍ਰਿਸਪਰ ਟੈਕਨੋਲੋਜੀ। ਉਹ ਕ੍ਰਿਸਪਰ ਦੇ ਨਾਲ ਉਹ ਪਹਿਲਾ ਇਨਸਾਨ ਸੀ ਜਿਹਨੇ ਐਡਿਟ ਕੀਤਾ ਗਿਆ, ਉਹਨੂੰ ਉਹ ਤੋਂ ਬਾਅਦ ਦਵਾਈ ਲੈਣ ਦੀ ਲੋੜ ਹੀ ਨਹੀਂ ਪਈ। ਤੇ ਉਹ ਜੋ ਪ੍ਰੋਬਲਮ ਕ੍ਰੀਏਟ ਕਰ ਰਿਹਾ ਸੀ ਉਹਨੂੰ ਹੀ ਕੱਢ ਦਿੱਤਾ, ਉਹਨੂੰ ਐਡਿਟ ਕਰ ਉਹਦਾ ਪਾਰਟ ਕੱਢ ਦਿੱਤਾ। ਉਹਨੂੰ ਕਹਿੰਦੇ ਨੇ, ਉਹਨੂੰ ਕਹਿੰਦਾ ਵੀ ਕਾਕਾ ਰੁਕ ਜਾ, ਤੂੰ ਨਾ ਕਰ ਭਾਈ, ਇਹਨਾਂ ਕੋਲੈਸਟਰੋਲ ਨਾ ਕਰ। ਉਹ ਤੁਹਾਡੇ ਕੋਲ ਜਿਵੇਂ ਜੀਨ ਉਹਨੂੰ ਐਡਿਟ ਕਿੱਦਾਂ ਕਰਦੇ ਹੈਗੇ? ਜਿਹੜਾ ਬਾਹਰ ਜੀਨ ਹੈਗਾ ਉਹਦੇ ਨਾਲ ਤੁਸੀਂ ਛੇੜਖਾਨੀ ਤੇ ਕਰ ਲਈ, ਪਰ ਜਿਹੜੇ ਬਾਕੀ ਹੈਗੇ ਨੇ ਅੰਦਰ ਉਹਨੂੰ ਕਿੱਦਾਂ ਠੀਕ? ਉਹੀ ਜੀਨ ਹੈ ਨਾ, ਉਹ ਤੁਸੀਂ ਫਿਰ ਉਦਾਂ ਦੀ ਐਡੀਟਿੰਗ ਦੀ ਟੈਕਨੀਕ ਹੈ ਉਹ ਸਪੈਸ਼ਲ, ਤੁਸੀਂ ਉਹ ਇਨਸਾਨ ਅੰਦਰ ਪਾਉਂਦੇ ਹੋ ਨਾ, ਉਹ ਡਿਫਰੈਂਟ ਟੌਪਿਕ ਹੈ, ਹੈ ਨਾ। ਅਸੀਂ ਹੈ ਨਾ, ਉਹ ਜਿਹੜਾ ਕ੍ਰਿਸਪਰ ਹੈ, ਉਹਨੂੰ ਕ੍ਰਿਸਪਰ ਕਹਿੰਦੇ ਨੇ, ਗੂਗਲ ਕਰ ਸਕਦੇ ਨੇ, CRISPER, ਕ੍ਰਿਸਪਰ ਟੈਕਨੋਲੋਜੀ। ਬਹੁਤ YouTube ਦੇ ਉੱਪਰ ਬਹੁਤ ਵੀਡੀਓਜ਼ ਨੇ ਉਹਦੇ ਉੱਪਰ, ਹੈ ਨਾ, ਜਿਹੜੀਆਂ ਜੀਨ ਐਡੀਟਿੰਗ ਦੇ ਬਾਰੇ ਕਰਾ ਕਰਦੇ ਹੈ। ਹੁਣ ਦੇਖੋ ਜਿਵੇਂ ਕਨੋਲਾ एग्जांपल देना, कनोला सरों ही है ना, है ना, पर जीन एडिट करके कनोला बन गई, कनोला बनाता है ना। हुण जिवें कहंदे ने जेनेटिकली मतलब मॉडिफाई करता उन्होंने, एडिट करता। ऐदां ही कितनी फसलां जेड हो चुकियां ने। ਅੱਛਾ, ਇੱਥੇ ਜੋ ਆਪਾਂ ਜੈਨੇਟਿਕ ਮੋਡੀਫਾਈਡ ਜਿਹੜੇ ਹੈਗੇ ਉਹਦੀ ਗੱਲ ਕਰਦੇ ਹੈਗੇ, ਉਹਦੀ ਬਹੁਤ ਜ਼ਿਆਦਾ ਵਿਰੋਧਤਾ ਹੁੰਦੀ ਕਈ ਦੇਸ਼ਾਂ ਦੇ ਵਿੱਚ, ਜਾਂ ਕਈ ਮਤਲਬ ਜਿਹੜੀ ਜਥੇਬੰਦੀਆਂ ਹੈਗੀਆਂ ਉਹ ਵਿਰੋਧਤਾ ਕਰਦੀ ਵੀ ਇਹ ਗਲਤ ਚੀਜ਼ ਹੈਗੀ ਹੈ, ਵੀ ਜੈਨੇਟਿਕਲੀ ਮੋਡੀਫਾਈਡ ਜਿਹੜੀਆਂ ਹੈਗੀਆਂ ਚੀਜ਼ਾਂ ਵੀ ਲੋਕਾਂ ਨੂੰ ਸ਼ਾਇਦ ਨੁਕਸਾਨ ਕਰ ਸਕਦੀਆਂ। ਕੀ ਇਸ ਤਰ੍ਹਾਂ ਹੀ ਜਿਹੜਾ ਹੈਗਾ ਵੀ ਇਹਦੀ ਵੀ ਵਿਰੋਧਤਾ ਹੋਏਗੀ ਵੀ ਇਹ ਤੁਸੀਂ ਜੀਨ ਦੇ ਨਾਲ ਛੇੜਖਾਨੀ ਕਰ ਰਹੇ ਹੈਗੇ ਜਾਂ ਮੋਡੀਫਾਈ ਕਰ ਰਹੇ ਹੈਗੇ ਉਹਨਾਂ ਚੀਜ਼ਾਂ? ਹਾਂ, ਨਹੀਂ, ਪਰ ਅਸੀਂ ਨਹੀਂ ਕਰ ਰਹੇ ਨਾ, ਅਸੀਂ ਨਹੀਂ ਮੋਡੀਫਾਈ ਕਰ ਰਹੇ, ਹੈ ਨਾ, ਕਿਉਂਕਿ ਕਾਨੂੰਨ ਸਾਨੂੰ ਆਗਿਆ ਨਹੀਂ ਦਿੰਦਾ। ਪਰ ਐਡਿਟ ਕਰ ਸਕਦੇ? ਨਹੀਂ ਕਰ ਸਕਦੇ, ਐਡਿਟ ਵੀ ਨਹੀਂ ਕਰ ਸਕਦੇ। ਕੈਨੇਡਾ ਦਾ ਕਾਨੂੰਨ ਆਗਿਆ ਨਹੀਂ ਦਿੰਦਾ, ਅਜੇ ਤੱਕ ਨਹੀਂ ਹੈਗਾ, ਕੈਨੇਡਾ 'ਚ ਅਲਾਉਡ ਨਹੀਂ ਹੈ, ਕੈਨੇਡਾ ਦਾ ਕਾਨੂੰਨ ਆਗਿਆ ਨਹੀਂ ਦਿੰਦਾ। ਅੱਛਾ, ਮੰਨ ਲਓ ਤੁਸੀਂ ਉਹਨੂੰ ਆਇਡੈਂਟੀਫਾਈ ਕਰ ਲਓ, ਫਿਰ ਉਹਦਾ ਤੁਸੀਂ ਕੀ ਉਹਦਾ ਇਲਾਜ ਕੀ ਕਰੋਗੇ? ਹਾਂ, ਅਸੀਂ ਇਹ ਕਰ ਸਕਦੇ ਹਾਂ, ਇਨਸਾਨ ਨੂੰ ਵੀ ਉਹਨੂੰ ਗਾਈਡ ਕਰ ਸਕਦੇ ਹਾਂ ਵੀ ਪ੍ਰੋਪਰ ਤੌਰ ਦੇ ਉੱਪਰ ਮੋਨੀਟਰਿੰਗ ਇਹ ਕਰਨਾ। ਸਪੋਜ਼ ਕਰ ਲਓ ਜੇ ਮੇਰਾ ਰਿਸਕ ਲੀਵਰ ਕੈਂਸਰ ਦਾ ਹੈਗਾ, ਹੁਣ ਤੁਸੀਂ ਫੈਮਿਲੀ ਡਾਕਟਰ ਕੋਲ ਜਾਂਦੇ ਹੋ, ਫੈਮਿਲੀ ਡਾਕਟਰ ਕੀ ਕਰਦਾ? ਤੁਹਾਡਾ ਹਾਰਟ ਸੁਣ ਲੈਂਦਾ, ਤੁਹਾਡਾ ਲੰਗ ਸੁਣ ਲੈਂਦਾ, ਫਿਰ ਕਹਿੰਦਾ 2-4 ਟੈਸਟ ਕਰ ਦਿੰਦਾ, ਤੁਸੀਂ ਠੀਕ ਠਾਕ ਹੈ ਗੋਤਰਾ ਸਾਹਿਬ, ਤੁਸੀਂ ਘਰੇ ਜਾਓ, ਹੈ ਨਾ। ਬਾਅਦ ਦੇ ਵਿੱਚ 6 ਮਹੀਨਿਆਂ ਬਾਅਦ, ਸਾਲ ਬਾਅਦ ਤੁਸੀਂ ਆਉਂਦੇ ਹੋ, ਜਾਂ ਮੇਰਾ ਢਿੱਡ ਦੁਖਦਾ ਸੀਗਾ, ਉਹ ਅਲਟਰਾਸਾਊਂਡ ਕਰਦੇ ਨੇ, ਓਹ ਸੌਰੀ ਦੇਰ ਵਾਜ਼ ਅ ਕੈਂਸਰ ਸੀਗਾ, ਸੌਰੀ ਮਿਸ ਹੋ ਗਿਆ। ਹੁਣ ਡਾਕਟਰ ਟਾਈਮ ਲੰਘ ਗਿਆ। ਹੁਣ ਟੂਲ ਤਾਂ ਉੱਥੇ ਡਾਕਟਰ ਨੂੰ ਜੇ ਪਤਾ ਹੋਵੇ ਜੇ ਤੁਹਾਡਾ ਰਿਸਕ ਲੀਵਰ ਕੈਂਸਰ ਦਾ ਹੈਗਾ, ਹਰ ਸਾਲ ਡਾਕਟਰ ਅਲਟਰਾਸਾਊਂਡ ਕਿਉਂ ਨਹੀਂ ਕਰਾਊਗਾ? ਤੁਹਾਡੇ ਹਰ 6 ਮਹੀਨੇ ਲੀਵਰ ਦੇ ਉੱਪਰ ਨਿਗਾਹ ਕਿਉਂ ਨਹੀਂ ਰੱਖੂਗਾ? ਪਰ ਜੇ ਉਹਨੂੰ ਨੌਲੇਜ ਹੋਊਗੀ ਤਾਂ ਹੀ ਡਾਕਟਰ ਕਰੂਗਾ ਨਾ, ਬਿਲਕੁਲ, ਉਹਨੂੰ ਤਾਂ ਨੌਲੇਜ ਹੀ ਨਹੀਂ। ਸੋ ਜਿਹੜਾ ਜੀਨੋਮਿਕਸ ਹੈ ਤੁਹਾਨੂੰ ਉਹ ਪਾਵਰ ਦਿੰਦਾ ਵੀ ਤੁਸੀਂ ਆਪਣੀ ਜਿਹੜੇ ਰਿਸਕ ਨੇ ਤੁਸੀਂ ਉਹਨਾਂ ਦੇ ਉੱਪਰ ਨਿਗਾਹ ਰੱਖ ਸਕਦੇ ਹੋ ਵੀ ਬਿਮਾਰੀ ਜੇ ਕੈਂਸਰ ਹੈਗਾ, ਜੇ ਅਸੀਂ ਪਹਿਲਾਂ ਨੱਪ ਲਾਂਗੇ ਤਾਂ ਬਿਮਾਰੀ ਅੱਗੇ ਨਹੀਂ ਫੈਲੇਗੀ। ਬਿਲਕੁਲ। ਅੱਛਾ, ਮੈਨੂੰ ਇੱਥੇ ਇਹ ਕਲੈਰਿਟੀ ਚਾਹੀਦੀ ਹੈਗੀ ਹੈ ਕਿ ਕੀ ਜਦੋਂ ਆਪਾਂ ਜੀਨੋਮਿਕ ਜਿਹੜੀ ਸਟੱਡੀ ਕਰ ਲਈ, ਸਾਰਾ ਕੁਝ ਆ ਗਿਆ ਕਿ ਮੇਰੇ ਕੋਲ ਪਤਾ ਲੱਗ ਗਿਆ ਵੀ ਇਹ ਸਾਡੇ ਜੀਨਸ ਦੀ ਜਿਹੜੀ ਹੈਗੀ ਹੈ ਪ੍ਰੋਬਲਮ ਹੈਗੀ ਆ, ਉਹਦੇ ਨਾਲ ਮੈਨੂੰ ਕੀ ਹੈਲਪ ਹੋ ਸਕਦੀ ਹੈਗੀ ਆ?
ਕੀ ਉਹਨੂੰ ਮੇਰਾ ਫੈਮਿਲੀ ਡਾਕਟਰ ਮੰਨੇਗਾ ਵੀ ਕਿ ਨਹੀਂ ਮੰਨੇਗਾ, ਕਿ ਜਾਂ ਉਹਨੂੰ ਸਪੈਸ਼ਲੀ ਤੁਹਾਡੇ ਵਰਗੇ ਹੀ ਡਾਕਟਰਾਂ ਕੋਲ ਜਾਣਾ ਪਏਗਾ, ਕਿ ਉਹਦਾ ਕੀ ਅੱਗੇ ਪ੍ਰੋਸੀਜਰ ਹੈਗਾ ਜਾਂ ਦੇਖੋ ਸਿਸਟਮ ਕੀ ਦੇਖੋ ਹੈਗਾ? ਬਾਇਓ ਐਰੋ $2000 ਦੇ ਵਿੱਚ ਕੈਨੇਡੀਅਨ ਦੇ ਵਿੱਚ ਟੈਸਟ ਕਰਦੀ ਹੈ। ਉਹਦੇ ਵਿੱਚ ਰਿਪੋਰਟ ਆਉਂਦੀ ਹੈ, ਰਿਪੋਰਟ ਦੇ ਵਿੱਚ ਕਾਫੀ ਰਿਕਮੈਂਡੇਸ਼ਨ ਲਿਖੀਆਂ ਹੁੰਦੀਆਂ ਨੇ ਕਿ ਅਸੀਂ ਕੀ ਆਇਡੈਂਟੀਫਾਈ ਕੀਤਾ। ਤੁਸੀਂ ਐਂ ਸੋਚੋ ਅਸੀਂ ਫੁੱਲ ਬੋਡੀ ਦਾ MRI ਕਰ ਲਿਆ, ਤੁਸੀਂ ਐਂ ਸੋਚ ਲਓ ਅਸੀਂ ਤੁਹਾਡਾ ਸਾਰਾ ਐਨਾਲਿਸਿਸ ਕਰ ਲਿਆ, ਉਸ ਤੋਂ ਬਾਅਦ ਰਿਪੋਰਟ 'ਚ ਲਿਖਤਾ ਵੀ ਕਿਹੜੀਆਂ ਚੀਜ਼ਾਂ ਸਾਨੂੰ ਦਿਖੀਆਂ ਨੇ, ਰਿਸਕੀ ਕੀ ਹੈਗੀਆਂ ਨੇ, ਤੁਸੀਂ ਕਿਵੇਂ ਆਪਣਾ ਧਿਆਨ ਰੱਖਣਾ ਹੈ, ਰਿਪੋਰਟ ਲਿਖਿਆ ਗਿਆ, ਰਿਕਮੈਂਡ ਕੀਤਾ ਗਿਆ। ਉਸ ਤੋਂ ਬਾਅਦ ਇਨਸਾਨ ਸਾਡੇ ਨਾਲ ਗੱਲ ਕਰ ਸਕਦਾ। ਸਾਡੇ ਕੋਲ ਕਾਉਂਸਲਰਸ ਹੈਗੇ ਨੇ ਜਿਹੜੇ ਐਕਸਪਰਟ ਨੇ, ਉਹਨਾਂ ਨੂੰ ਉਹ ਸਮਝਾ ਸਕਦੇ ਨੇ ਕਿਵੇਂ ਕਰ ਸਕਦੇ ਨੇ। ਠੀਕ ਹੈ, ਤੁਸੀਂ ਇਨਫੋਰਮੇਸ਼ਨ ਯੂਜ਼ ਕਰ ਸਕਦੇ ਹੋ। ਇੱਕ ਸਾਇੰਸ ਹੁੰਦੀ ਹੈ ਨਿਊਟਰੀਜਨੋਮਿਕਸ, ਜਿਹੜਾ ਨਿਊਟ੍ਰੀਸ਼ਨ ਹੈਗਾ ਤੁਹਾਡਾ, ਕਿੱਦਾਂ ਦੀ ਖੁਰਾਕ ਖਾਣੀ ਹੈ। ਹੁਣ ਦੇਖੋ ਜੇ ਤੁਸੀਂ ਐਲਰਜੀ ਹੈਗੇ ਹੋ ਕਾਫੀ ਵਾਸਤੇ, ਮੇਰੇ ਕੋਲ ਇੱਕ ਕਲਾਇੰਟ ਆਇਆ, ਪੇਸ਼ੈਂਟ ਆਇਆ, ਉਹਨੂੰ ਕਿਸੇ ਨੇ ਕਿਹਾ ਵੀ ਐਲਰਜੀਆਂ ਨੇ ਹਰ ਚੀਜ਼ ਦੀਆਂ, ਉਹਨੂੰ ਅਚਾਨਕ ਬਣ ਗਈਆਂ ਐਲਰਜੀਆਂ ਹੋ ਗਈਆਂ, ਧੱਫੜ ਪੈਣ ਲੱਗ ਗਏ, ਰੈਸ਼ ਪੈਣ ਲੱਗ ਗਏ। ਕਿਸੇ ਨੇ ਗਲੂਟਨ ਕੱਢ ਦਿਓ, ਕਿਸੇ ਨੇ ਕਿਹਾ ਫਲਾਣੀ ਚੀਜ਼ ਕੱਢ ਦਿਓ, ਉਹ ਚੀਜ਼ ਕੱਢ ਦਿਓ, ਢਿਮਕਾ ਕੱਢ ਦਿਓ। ਉਹਨੇ ਸਾਰੇ ਮਤਲਬ ਕਾਰਪੇਟ ਖਾਲੀ ਕਰਦੇ ਚੱਕ ਤੇ ਉਹਨੇ ਘਰੋਂ, ਟ੍ਰਾਇਲ ਵਾਲਾ ਹੀ ਹੋ ਗਿਆ, ਪਿਆ ਵੀ ਕਰਕੇ ਵੇਖ ਲਿਆ, ਵੀ ਕਰਕੇ ਵੇਖ ਲਿਆ, ਪਰ ਉਹਦੇ ਐਲਰਜੀਆਂ ਨਹੀਂ ਮੁੱਕੀਆਂ ਤੇ ਅਚਾਨਕ ਹੋਣੀ ਸ਼ੁਰੂ ਹੋ ਗਈਆਂ ਸੀ ਐਲਰਜੀਆਂ ਉਹਨੂੰ। ਤੇ ਉਹ ਸਾਡੇ ਕੋਲ ਆਇਆ, ਕਹਿੰਦਾ ਜੀ ਮੇਰਾ DNA ਪੂਰਾ ਡਾਊਨਲੋਡ ਕਰੋ, ਲੱਭੋ ਇਹਦੇ ਵਿੱਚੋਂ ਕੀ ਕਾਰਨ ਹੈਗਾ, ਮੈਨੂੰ ਐਲਰਜੀਆਂ ਕਿਉਂ ਹੋ ਰਹੀਆਂ ਨੇ। ਅਸੀਂ ਟਾਈਮ ਲਗਾਇਆ, ਅੰਡਰਸਟੈਂਡ ਕੀਤਾ, ਤੇ ਅੰਡਰਸਟੈਂਡ ਕੀਤਾ ਕੋਈ ਜੀਨ ਹੈਗਾ ਕਾਫੀ ਦਾ। ਉਹ ਇਟਾਲੀਅਨ ਬੰਦਾ, ਤੇ ਉਹ ਹੁਣ ਇਟਾਲੀਅਨ ਬੰਦੇ ਬਹੁਤ ਕਾਫੀ ਪੀਂਦੇ ਨੇ, ਤੇ ਉਹ ਜੋ ਜੀਨ ਹੈਗਾ, ਜੀਨ ਨਾ ਮੈਟਾਬੋਲਾਈਜ਼ ਕਾਫੀ ਨੂੰ ਸਹੀ ਤਰੀਕੇ ਨਾਲ ਨਹੀਂ ਕਰਦਾ ਉਸ ਇਨਸਾਨ ਦੇ ਵਿੱਚ। ਤੇ 1-2 ਕੱਪ ਤੱਕ ਤਾਂ ਠੀਕ ਸੀਗਾ ਉਹ, ਜਦੋਂ ਉਹਨੇ 5-6-7 ਕੱਪ ਪੀਣੇ ਸ਼ੁਰੂ ਕਰਤੇ, ਉਹਨੂੰ ਬਾਕੀ ਥਾਵਾਂ ਤੋਂ ਐਲਰਜੀਆਂ ਹੋਣ ਲੱਗ ਗਈਆਂ ਇਨਵਾਇਰਮੈਂਟ ਤੋਂ। ਤੇ ਜਦੋਂ ਅਸੀਂ ਉਹਨੂੰ ਐਡਵਾਈਜ਼ ਕੀਤਾ ਵੀ ਤੂੰ ਕਾਫੀ ਪੀਣੀ ਬੰਦ ਕਰ ਦੇ, ਉਹਦੇ ਸਾਰੇ ਐਲਰਜੀਆਂ ਮੁੱਕ ਗਈਆਂ। ਉਹਨੂੰ ਕੋਈ ਨਾ ਸਟੀਰੋਇਡ ਦੀ ਗੋਲੀ ਲੋੜ ਹੈ, ਨਾ ਬੀਟਾ ਹਿਸਟਨ ਦੀ ਗੋਲੀ ਲੋੜ ਹੈ ਉਹਨੂੰ, ਉਹ ਜ਼ਿੰਦਗੀ ਜੀ ਰਿਹਾ ਆਰਾਮ ਦੇ ਉੱਪਰ। ਸੋ ਇਹ ਪਾਵਰ ਹੈ ਜੈਨੋਮਿਕਸ ਦੀ। ਠੀਕ ਹੈ, ਨਿਊਟਰੀਜਨੋਮਿਕਸ ਦੀ। ਮਤਲਬ ਤੁਸੀਂ ਜਿਵੇਂ ਉਹੀ ਐਰੋ ਵਾਲੀ ਤੁਸੀਂ ਗੱਲ ਕੀਤੀ ਹੈਗੀ ਵੀ ਜਿਵੇਂ ਕਹਿੰਦੇ ਵੀ ਤੀਰ ਨਿਸ਼ਾਨੇ ਤੇ ਲੱਗ ਗਿਆ। ਐਗਜ਼ੈਕਟਲੀ, ਪੂਰੇ ਸਹੀ ਟਾਰਗੇਟ ਦੇ ਉੱਤੇ, ਸਹੀ ਟਾਰਗੇਟ ਤੋਂ ਇਨਫੋਰਮੇਸ਼ਨ ਮਿਲੇਗੀ। ਸਾਡੇ ਕੋਲ ਇਨਸਾਨ ਆਏ ਨੇ ਜੀ ਟੈਸਟ ਕਰਾਉਣ ਵਾਸਤੇ, ਜਿਨ੍ਹਾਂ ਕੋਲ ਨਾ ਕਰੋਨਸ ਦੀ ਡਿਜ਼ੀਜ਼ ਹੈ, ਇਹਨਾਂ ਤੇ ਖੂਨ ਦੀਆਂ ਟੱਟੀਆਂ ਲੱਗਦੀਆਂ ਨੇ ਇਨਸਾਨਾਂ ਨੂੰ, ਤੇ ਉਹ ਵੱਖ-ਵੱਖ ਤਰ੍ਹਾਂ ਦੇ ਸਟੀਰੋਇਡ ਦੀਆਂ ਗੋਲੀਆਂ, ਇੰਜੈਕਸ਼ਨ, ਬਾਇਓਲੋਜਿਕ ਲਵਾਈ ਜਾਂਦੇ ਨੇ, ਆਰਾਮ ਨਹੀਂ ਆ ਰਿਹਾ ਸੀਗਾ। ਸਾਡੇ ਕੋਲੇ ਆਏ ਤੇ ਅਸੀਂ ਉਹਨਾਂ ਦਾ ਪੂਰਾ DNA ਡਾਊਨਲੋਡ ਕੀਤਾ, ਐਨਾਲਿਸਿਸ ਕੀਤਾ, ਵੀ ਇਹ ਕਿਹਾ ਵੀ ਜਿਹੜੀ ਦਵਾਈ ਤੁਸੀਂ ਲੈ ਰਹੇ ਹੋ ਤੁਹਾਨੂੰ ਮਾਫਕ ਵੀ ਨਹੀਂ ਆਉਣੀ ਦਵਾਈ ਤੁਹਾਡੀ ਜੈਨੇਟਿਕ ਦੇ ਅਨੁਸਾਰ। ਤੁਸੀਂ ਦੂਜੀ ਦਵਾਈ ਲਓ ਤੁਹਾਨੂੰ ਉਹਦੇ ਮਾਫਕ ਜ਼ਿਆਦਾ ਆਊਗੀ। ਜੋ ਉਹਨਾਂ ਨੇ ਦਵਾਈ ਰਿਪੋਰਟ ਲੈ ਕੇ ਡਾਕਟਰ ਕੋਲੇ ਗਏ, ਆਪਣੇ ਗੈਸਟ੍ਰੋਐਂਟਰੋਲੋਜਿਸਟ ਕੋਲੇ, ਡਾਕਟਰ ਰਿਪੋਰਟ ਮੰਨੀ, ਉਹਨੇ ਦਵਾਈ ਚੇਂਜ ਕੀਤੀ, ਉਹਨਾਂ ਨੂੰ ਮਾਫਕ ਆ ਗਈ। ਚਲੋ, ਜੇ ਮਤਲਬ ਕਿ ਕੁਛ ਇਸ ਤਰ੍ਹਾਂ ਦਾ ਪ੍ਰੋਸੀਜਰ ਹੈਗਾ ਕਿ ਜਿਹੜੀ ਮਤਲਬ ਵੀ ਇਹ ਜਿਹੜੀ ਆਪਾਂ ਸਟੱਡੀ ਕਰਕੇ ਜਿਹੜੀ ਹੈਗੀ ਹੈ ਵੀ ਦਿੰਦੇ ਆ, ਰਿਪੋਰਟ ਕੀਤੀ, DNA ਡਾਊਨਲੋਡ ਕੀਤਾ, ਸਾਰਾ ਕੁਛ ਕੀਤਾ, ਵੀ ਉਹਦੀ ਔਥੈਂਟਿਸਿਟੀ ਜਾਂ ਉਹਨੂੰ ਕਿ ਜਿਵੇਂ ਵੀ ਅਲਬਰਟਾ ਹੈਲਥ ਜਾਂ ਕੈਨੇਡਾ ਹੈਲਥ ਵਾਲੇ ਜਿਹੜੇ ਹੈਗੇ ਨੇ ਕਿ ਉਹਨੂੰ ਔਥੈਂਟਿਕ ਮੰਨਦੇ ਹੈਗੇ ਨੇ, ਕਿ ਉਹਨੂੰ ਜਿਹੜੇ ਫੈਮਿਲੀ ਡਾਕਟਰਾਂ ਨੂੰ ਵੀ ਅਪਡੇਟ ਹੈਗੇ, ਕਿ ਜਾਂ ਜਿਹੜੇ ਸਪੈਸ਼ਲਿਸਟ ਖਾਸ ਕਰਕੇ ਹੈਗੇ ਨੇ ਉਹਨਾਂ ਨੂੰ ਵੀ ਉਹ ਕੀ ਉਹਨੂੰ ਮੰਨਦੇ ਹੈਗੇ ਨੇ ਰਿਪੋਰਟ ਨੂੰ? ਹਾਂ, ਦੇਖੋ DNA ਹੈ ਨਾ, DNA ਸੀਕੁਐਂਸ ਹੋਣਾ ਬਹੁਤ ਜ਼ਰੂਰੀ ਹੈ ਨਾ। ਸੀਕੁਐਂਸ ਤੋਂ ਬਾਅਦ ਵੀ ਕਿਹੜੀ ਲੈਬ ਹੈ ਨਾ, ਮਾਨਤਾ ਪ੍ਰਾਪਤ ਲੈਬ ਹੈ ਕਿ ਨਹੀਂ, ਉਹਨਾਂ ਕੋਲੇ ਕਾਬਲੀਅਤ ਹੈਗੀ ਕਿ ਨਹੀਂ ਹੈਗੀ, ਹੈ ਨਾ। ਉਹ ਮੈਂ ਪੁੱਛਣਾ ਤਾਂ ਬਾਇਓ ਐਰੋ ਕਾਬਲੀਅਤ ਹੈਗੀ ਹੈ ਨਾ, ਮਾਨਤਾ ਪ੍ਰਾਪਤ ਹੈਗੀ ਹੈ ਨਾ। ਇਹ ਸਾਇੰਸ ਇਦਾਂ ਦੀ ਹੈਗੀ ਹੈ, ਈਵਨ ਅਲਬਰਟਾ ਹੈਲਥ ਕੋਲ ਟੈਕਨੋਲੋਜੀ ਨਹੀਂ ਹੈਗੀ ਇਦਾਂ ਦੀ, ਹੈ ਨਾ। ਤੇ ਕਈ ਸਟੇਟਾਂ ਦੇ ਵਿੱਚ ਇਹ ਜਿਹੀ ਟੈਕਨੋਲੋਜੀਜ਼ ਨਹੀਂ ਹੈਗੀਆਂ, ਮੁਲਕਾਂ ਦੇ ਵਿੱਚ ਨਹੀਂ ਹੈਗੀਆਂ, ਤੇ ਮੁਲਕ ਸਟਰਗਲ ਕਰ ਰਹੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਐਕਸੈਸ ਬੈਟਰ ਨਹੀਂ ਹੋਊਗਾ। ਇਹਦੀ ਕਾਸਟ 50 ਮਿਲੀਅਨ ਹੁੰਦੀ ਸੀ, ਹੁਣ 2000 ਕੈਨੇਡੀਅਨ ਤੇ ਆ ਗਈ। ਜਿਹੜਾ ਐਕਸੈਸ ਹੈਗਾ ਦੇਖੋ 13 ਸਾਲਾਂ ਦੇ ਵਿੱਚ ਕਿੰਨਾ ਬੈਟਰ ਹੋ ਗਿਆ, ਤੇ ਹੁਣ ਲੋਕਾਂ ਦੇ ਹੱਥਾਂ ਦੇ ਵਿੱਚ ਹੋਏਗਾ ਕੁਝ ਸਾਲਾਂ ਦੇ ਵਿੱਚ। ਲੋਕ ਡਾਕਟਰ ਕੋਲ ਜੋ ਜਾਇਆ ਕਰਨਗੇ, ਡਾਕਟਰ ਦਵਾਈ ਲਿਖੂਗਾ, ਬੰਦਾ ਕਹੂਗਾ ਨਾ ਭਰਾਵਾ ਰੁਕ ਜਾ, ਮੈਂ ਦੇਖ ਲਾਂ ਮੇਰੇ ਜੈਨੇਟਿਕ ਦੇ ਅਨੁਸਾਰ ਇਹ ਦਵਾਈ ਮਾਫਕ ਵੀ ਆਊਗੀ ਨਹੀਂ ਆਊਗੀ, ਜਿਹੜੇ 5 ਗੋਲੀਆਂ ਮੂੰਹ 'ਚ ਪਾਉਣ ਤੋਂ ਪਹਿਲਾਂ ਦੇਖ ਤਾਂ ਲਵਾਂ ਮੈਂ। ਤੋ ਦੈਟ ਮੀਨਸ ਕਿ ਜ਼ਿਆਦਾ ਸੇਫ ਹੋ ਗਿਆ ਵੀ ਆਪਾਂ ਐਵੇਂ ਫालतू ਦਵਾਈਆਂ ਖਾਣ ਦੇ ਬਜਾਏ ਜੇ ਆਪਾਂ ਇੱਕ ਵਾਰੀ ਆਪਣਾ DNA ਦਾ ਕਰਵਾ ਲਈਏ, ਡਾਊਨਲੋਡ ਕਰਵਾ ਕੇ ਉਹਨੂੰ ਐਨਾਲਾਈਜ਼ ਕਰਵਾ ਲਈਏ ਸਾਰਾ ਕੁਝ, ਤੇ ਉਹਦੇ ਨਾਲ ਜਿਹੜਾ ਹੈਗਾ ਕਿ ਉਹੀ ਵੀ ਟੂ ਦੀ ਪੁਆਇੰਟ ਹੀ ਜਿਹੜੀ ਹੈਗੀ ਕਿ ਜਿਹੜੀ ਆਪਾਂ ਉਹ ਕਰਾਂਗੇ, ਹੈ ਨਾ। ਹਾਂ, ਤੁਸੀਂ ਜ਼ਿੰਦਗੀ ਭਰ ਅਸੀਂ ਡਿਸਾਈਡ ਕਰਨਾ ਪਏਗਾ ਇਨਸਾਨ ਨੂੰ, ਜਾਂ ਤੁਸੀਂ ਡਿਜ਼ੀਜ਼ ਕੇਅਰ ਫੋਲੋ ਕਰੋ। ਅਸੀਂ ਕਹਿੰਦੇ ਅੱਜ ਕੱਲ੍ਹ ਮੈਨੂੰ ਡਿਜ਼ੀਜ਼ ਕੇਅਰ ਮੈਂ ਫੋਲੋ ਕਰਦਾ ਹੈ, ਸਰਕਾਰ ਮੈਨੂੰ ਡਿਜ਼ੀਜ਼ ਦੇ ਪੈਸੇ ਦਿੰਦੀ ਹੈ। ਜੋ ਮਰੀਜ਼ ਮੇਰੇ ਕੋਲ ਆਉਂਦਾ ਹੈ ਤਾਂ ਸਾਡਾ ਕੋਡ ਹੁੰਦਾ ਵੀ ਦੱਸੋ ਜੀ, ਆਹ ਘੋਤਰਾ ਸਾਹਿਬ ਨੂੰ ਕਿਹੜੀ ਬਿਮਾਰੀ ਸੀ, ਤੁਸੀਂ ਬਿੱਲ ਭੇਜਿਆ, ਆਹ ਕਿਹੜੀ ਬਿਮਾਰੀ ਦਾ ਬਿੱਲ ਤੁਸੀਂ ਸਿੰਘ ਸਾਹਿਬ ਦਾ ਭੇਜਿਆ ਜਾਂ ਬਾਬ ਦਾ ਭੇਜਿਆ, ਹੈ ਨਾ। ਤਾਂ ਉਹ ਬਿੱਲ ਸਾਡੀ ਸਰਕਾਰ ਡਿਜ਼ੀਜ਼ ਵਾਈਜ਼ ਦਿੰਦੀ ਹੈ ਸਾਨੂੰ, ਹੈ ਨਾ। ਜਾਂ ਡਿਜ਼ੀਜ਼ ਕੇਅਰ ਫੋਲੋ ਕਰੋ, ਹੈ ਨਾ। ਬਿਮਾਰੀ ਲੱਭੋ ਤਾਂ ਬਿਮਾਰੀ ਦੇ ਆਸ-ਪਾਸ ਘੁੰਮੀ ਜਾਓ, ਜਾਂ ਤੁਸੀਂ ਕੋਈ ਫਾਈਲ DNA ਡਾਊਨਲੋਡ ਕਰ ਲਓ, ਫਿਰ ਸਾਰਾ ਡਿਸੀਜਨ ਜ਼ਿੰਦਗੀ ਦਾ ਉਹਦੇ ਅਨੁਸਾਰ ਲਓ। ਤੁਸੀਂ ਤਾਂ ਜਨਮ ਪੱਤਰੀ ਉਹੀ ਹੈ, ਕਿਉਂਕਿ ਉਹ ਤੋਂ ਬਾਹਰ ਤਾਂ ਸੱਚ ਨਹੀਂ ਹੈਗਾ, ਸੱਚ ਉਹੀ ਹੈ। ਪਰ ਇਹਦੇ ਵਿੱਚ ਜਿਹੜਾ ਹੈਗਾ ਜਿਵੇਂ ਹੁਣ ਪੇਮੈਂਟ ਦੀ ਗੱਲ ਆਪਾਂ ਕਰਦੇ ਹੈਗੇ ਵੀ ਹਾਲਾਂਕਿ $2000 ਕੋਈ ਬਹੁਤ ਵੱਡੀ ਅਮਾਊਂਟ ਨਹੀਂ ਹੈਗੀ, ਪਰ ਫਿਰ ਵੀ ਲੋਕੀ ਜਦੋਂ ਫ੍ਰੀ ਵਾਲੇ ਜਿਹੜਾ ਹੈਗਾ ਚੱਕਰ 'ਚ ਪੈ ਜਾਂਦੇ ਨੇ ਕਿ ਫ੍ਰੀ ਸਾਰਾ ਕੁਝ, ਜਿਵੇਂ ਆਪਣੇ ਹੈਲਥ ਦਾ ਜਿਹੜਾ ਹੈਗਾ ਵੀ ਸਰਵਿਸ ਫ੍ਰੀ ਹੈਗਾ, ਹੈਲਥ ਕੇਅਰ ਵਾਲਾ,
ਤੇ ਕੀ ਇਹ ਤੇ ਨਹੀਂ ਹੈਗਾ ਵੀ ਗਵਰਨਮੈਂਟ ਤਾਂ ਨਹੀਂ ਪੇ ਕਰਦੀ, ਅਲਬਰਟਾ ਹੈਲਥ ਤਾਂ ਨਹੀਂ ਕਰਦੀ ਪੇ ਹੈਗੀ? ਦੇਖੋ ਗਵਰਨਮੈਂਟ ਨੇ ਕਦੇ ਪੇ ਨਹੀਂ ਕਰਨਾ। ਗਵਰਨਮੈਂਟ ਵੱਧ ਤੋਂ ਵੱਧ ਕੀ ਕਰੇਗੀ, ਜਿਹੜੇ ਕੁਝ ਇਨਸਾਨ ਜਿਹੜੇ ਹਸਪਤਾਲ ਦੇ ਵਿੱਚ ਭਰਤੀ ਹੋਣਗੇ ਕੁਝ ਉਹਨਾਂ ਵਾਸਤੇ ਕਰੇਗੀ। ਹੁਣ ਬੱਚਿਆਂ ਦੇ ਵਿੱਚ ਥੋੜਾ ਬਹੁਤ ਕਰਦੀ ਹੈ ਨਾ, ਫਿਰ ਕੁਝ ਬਜ਼ੁਰਗਾਂ ਅਡਲਟਾਂ ਦੇ ਵਿੱਚ ਕਰਨ ਲੱਗ ਜਾਏਗੀ। ਜਿਵੇਂ ਅੱਜ ਕੱਲ੍ਹ ਐਕਸਰੇ ਥੋੜੇ ਬਹੁਤ ਹਸਪਤਾਲ ਦੇ ਵਿੱਚ ਹੁੰਦੇ ਨੇ, ਬਾਹਰ ਕਿੰਨੇ ਹੁੰਦੇ ਨੇ ਐਕਸਰੇ ਸੋਚੋ, ਬਾਹਰ MRI ਕਿੰਨੇ ਹੁੰਦੇ ਨੇ, ਸਰਕਾਰ ਕਿੰਨੇ ਕੁ ਹਸਪਤਾਲ 'ਚ ਕਰਦੀ ਹੈ, ਕਿੰਨੇ ਕੁ ਬਾਹਰ ਹੁੰਦੇ ਨੇ। ਸੋ ਜਿਹੜੀ ਸਾਇੰਸ ਹੈ ਹੁਣ ਜੀਨੋਮਿਕ ਵਾਲੇ ਪਾਸੇ ਜਾਏਗੀ। ਕੋਈ ਵੀ ਡਾਕਟਰ ਹੁਣ ਤੁਹਾਨੂੰ ਟੈਸਟ ਆਰਡਰ ਕਰੇਗਾ ਫਿਊਚਰ ਦੇ ਵਿੱਚ, ਉਹ ਜੀਨੋਮਿਕ ਬੇਸ ਕਰੇਗਾ ਵੀ ਮੈਂ ਤੁਹਾਡੇ ਵਾਸਤੇ ਟੈਸਟ ਉਹੀ ਆਰਡਰ ਕਰਾਂ ਜੋ ਤੁਹਾਨੂੰ ਲੋੜ ਹੈ। ਮੈਂ ਫਜ਼ੂਲ ਦੇ ਵਿੱਚ ਜਾ ਕੇ ट्रेडमिल भी स्ट्रेस भी करा दो, एंजियोग्राम भी करा दो, ये भी करा दो, वो भी करा दो, मैं क्यों करा रहे हैं? ਮਤਲਬ ਉਹ ਫਿਰ ਵਾਰ-ਵਾਰ ਉਹੀ ਗੱਲ ਆਉਂਦੀ ਵੀ ਉਹ ਇਹ ਕਰਾਉਣਾ ਚਾਹੁੰਦੇ ਹੈਗੇ ਨੇ ਵੀ ਆਹ ਕਰਕੇ ਵੇਖ ਲੈਣਾ, ਫਿਰ ਇਹ ਕਰਕੇ ਵੇਖ ਲੈਣਾ, ਫਿਰ ਵੀ ਜਿਹੜਾ ਹੈਗਾ ਵੀ ਇਹ ਕਰ ਲਿਆ ਪਤਾ ਲੱਗ ਗਿਆ ਠੀਕ ਹੈ, ਨਹੀਂ ਤੇ ਫਿਰ ਨੈਕਸਟ 'ਚ ਚਲੇ ਜਾਓ, ਨਹੀਂ ਪਤਾ ਲੱਗਿਆ ਫਿਰ ਕਹਿੰਦੇ ਜੀ ਫਿਰ ਨੈਕਸਟ 'ਚ ਚਲੇ ਜਾਓ। ਹੁਣ ਇਹ ਚੁਆਇਸ ਹੈ, ਤੁਸੀਂ $2000 ਖਰਚ ਕੇ ਤੁਸੀਂ ਫਾਈਲ ਡਾਊਨਲੋਡ ਕਰ ਲਈ। ਹੁਣ ਜਿਹੜੀ ਫਾਈਲ ਹੈ ਉਹ ਫਾਈਲ ਤੁਹਾਡੀ ਲਾਇਬਿਲਿਟੀ ਨਹੀਂ ਹੈਗੀ, ਤੁਹਾਡਾ ਐਸੈਟ ਹੈ। ਤੁਸੀਂ ਉਹ ਫਾਈਲ ਹੁਣ ਆਪਣੇ ਬੱਚਿਆਂ ਨੂੰ ਦੇ ਕੇ ਜਾ ਸਕਦੇ ਹੋ। ਤੁਸੀਂ ਕਹਿ ਸਕਦੇ ਹੋ ਵੀ ਆਹ ਮੇਰੇ ਦਾਦਕਿਆਂ ਦਾ DNA ਹੈ, ਇਹ ਮੇਰੇ ਨਾਨਕਿਆਂ ਦਾ DNA ਹੈ ਨਾ, ਆਹ ਮੇਰੇ ਮੰਮੀ ਡੈਡੀ ਦਾ DNA ਹੈ ਮੇਰਾ DNA। ਮੈਂ ਹੁਣ ਬੱਚਿਆਂ ਕੋਲ ਛੱਡ ਕੇ ਜਾ ਰਿਹਾ ਆਪਣਾ DNA ਵੀ ਕੱਲ ਨੂੰ ਰੱਬ ਨਾ ਕਰੇ ਲੋੜ ਪੈ ਜਾਵੇ, ਉਹਨਾਂ ਗੈਸ ਕਰਨ ਦੀ ਲੋੜ ਨਹੀਂ ਹੈ ਵੀ ਮੰਮੀ ਨੂੰ ਕੀ ਬਿਮਾਰੀ ਸੀ, ਦਾਦਿਆਂ ਨੂੰ ਕੀ ਬਿਮਾਰੀ ਸੀ, ਨਾਨਾ ਜੀ ਨੂੰ ਕੀ ਬਿਮਾਰੀ ਸੀਗੀ, ਉਹ ਸਾਰੀ ਉਹਨਾਂ ਕੋਲ ਇਨਫੋਰਮੇਸ਼ਨ ਹੈਗੀ। ਪਰ ਮਤਲਬ ਮੇਰੇ DNA ਦਾ ਮੇਰੇ ਨੈਕਸਟ ਜਨਰੇਸ਼ਨ ਨੂੰ ਕੋਈ ਫਾਇਦਾ ਹੋ ਸਕਦਾ ਕਿ 100% ਸੇਮ ਹੀ ਹੁੰਦੇ ਹੈ, ਕਿਉਂਕਿ ਤੁਸੀਂ ਆਪਣੇ DNA ਦੀ ਕਾਪੀ ਆਪਣੇ ਬੱਚੇ ਨੂੰ ਦਿੱਤੀ ਹੈ ਹੈ ਨਾ, ਤੁਹਾਡੇ ਬੇਟੇ ਕੋਲ ਤੁਹਾਡੀ ਕਾਪੀ ਗਈ ਹੈ ਨਾ, ਤੁਹਾਡੇ ਵਾਈਫ ਦੀ ਕਾਪੀ ਬੇਟੇ ਕੋਲੇ ਗਈ ਹੈ। ਹੁਣ ਕੱਲ੍ਹ ਨੂੰ ਉਹਦੇ ਵਿੱਚ ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਬੈਕ ਐਂਡ ਦੇਖ ਸਕਦੇ ਨੇ, ਐਸੈਸ ਕਰ ਸਕਦੇ ਨੇ ਕਿਵੇਂ ਪ੍ਰੋਬਲਮ ਆਈ ਸੀ, ਤੁਸੀਂ ਕਿਵੇਂ ਰਿਐਕਟ ਕਰ ਰਹੇ ਸੀ ਉਸ ਟਾਈਮ ਦੇ ਵਿੱਚ, ਦਵਾਈ ਕਿਹੜੀ ਤੁਸੀਂ ਲੈ ਰਹੇ ਸੀਗੇ, ਹੈ ਨਾ, ਉਹ ਇਨਫੋਰਮੇਸ਼ਨ ਤੁਹਾਡੇ ਬੱਚੇ ਨੂੰ ਹੈਲਪ ਕਰ ਸਕਦੀ ਹੈ। ਸੋ ਦੈਟ ਮੀਨਸ ਕਹਿੰਦਾ ਕਿ ਇਹ ਜਿਹੜੀ ਟੈਕਨੋਲੋਜੀ ਹੈਗੀ ਹੈ ਇਹਦੇ ਨਾਲ ਜਿਹੜਾ ਹੈਗਾ ਕਿ ਹੈਲਥ ਟਰੀਟਮੈਂਟ ਦਾ ਜਾਂ ਹੈਲਥ ਨੂੰ ਸਮਝਣ ਦਾ ਜਾਂ ਉਹਨੂੰ ਟਰੀਟ ਕਰਨ ਦਾ ਜਾਂ ਡਿਸੀਜ਼ਨ ਨੂੰ ਟਰੀਟ ਕਰਨ ਦਾ ਵੀ ਪੂਰਾ ਪਰਸਪੈਕਟਿਵ ਚੇਂਜ ਹੋਣ ਵਾਲਾ ਹੈਗਾ। ਹੋ ਗਿਆ ਜੀ, ਹੋ ਗਿਆ। ਐਂਡ ਮੈਂ ਤਾਂ ਜੀਨੋਮਿਕ ਬੇਸ ਚੱਲਦਾ। ਦੇਖੋ ਕੋਈ ਵੀ ਖੁਰਾਕ ਖਾਣੀ ਤਾਂ ਜੀਨੋਮਿਕ ਬੇਸ ਖਾਓ। ਨਿਊਟਰੀ ਜੀਨੋਮਿਕ ਰਮਨ ਕਪੂਰ ਐਕਸਪਰਟ ਨੇ ਉਸ ਏਰੀਏ ਦੇ ਵਿੱਚ, ਉਹਨਾਂ ਨੇ ਇੰਨੀ ਰਿਸਰਚ ਕੀਤੀ ਪਿਛਲੇ ਕੁਝ ਸਾਲਾਂ ਦੇ ਵਿੱਚ, ਜੋ ਪੈਂਡੈਮਿਕ ਦੇ ਵਿੱਚ ਉਹ ਨਿਊਟਰੀ ਜੀਨੋਮਿਕ ਦੀ ਰਿਸਰਚ ਕਰ ਰਹੇ ਸੀ ਵੀ ਕਿੱਦਾਂ ਦੀ ਖੁਰਾਕ ਜੈਨੇਟਿਕ ਤੁਹਾਡੇ ਸੇ ਬੈਟਰ ਹੈ। ਸੋ ਇਹ ਸਪੋਰਟਸ ਪਲੇਅਰ ਹੈਗੇ ਹੋ ਹੈ ਨਾ, ਕਿਉਂਕਿ ਦੇਖੋ ਤੁਸੀਂ ਸੋਚਿਆ ਹੁਣ ਦੇਖਿਆ ਹੋਣਾ ਨਿਊਜ਼ ਦੇ ਵਿੱਚ ਵੀ ਸਪੋਰਟਸ 'ਤੇ ਬੰਦਾ ਭੱਜ ਰਿਹਾ ਸੀਗਾ, ਫੁੱਟਬਾਲ ਖੇਡ ਰਿਹਾ ਸੀ, ਡਿੱਗ ਗਿਆ, ਉਹਨੂੰ CPR ਕਰਨੀ ਪੈ ਗਈ ਅਮਰੀਕਾ ਦੇ ਵਿੱਚ ਹੈ ਨਾ, ਉਹਦੀ ਮੌਤ ਹੋ ਗਈ, ਉਹਨੂੰ ਬਚਾ ਲਿਆ ਲੱਕੀਲੀ ਉਹਨਾਂ ਨੇ। ਪਰ ਕਈ ਬੱਚੇ ਮਰ ਜਾਂਦੇ ਨੇ ਸਪੋਰਟਸ ਖੇਡਦੇ ਹੋਏ। ਜੈਨੇਟਿਕਲੀ ਤੁਸੀਂ ਡਿਸਾਈਡ ਕਰ ਸਕਦੇ ਹੋ ਵੀ ਕਿਹੜਾ ਬੱਚੇ ਵਾਸਤੇ ਸਪੋਰਟਸ ਚੰਗੀ ਹੈ, ਕਿਹੜੀ ਮਾੜੀ ਹੈ। ਹੈ ਨਾ, ਵੀ ਤੁਸੀਂ ਇਨਸਾਨ ਨੂੰ ਮਾਰ ਤਾਂ ਨਹੀਂ ਰਹੇ, ਸਪੋਰਟਸ ਕਰਕੇ ਐਕਸਰਸਾਈਜ਼ ਕਰੋ ਜਾ ਕੇ ਬੰਦਾ ਮਾਰਨ ਜਾ ਰਿਹਾ ਉੱਥੇ, ਤੁਸੀਂ ਉਹਨੂੰ ਆਪਦੇ ਵਾਸਤੇ ਟੇਲਰ ਮੇਡ ਰਿਕਮੈਂਡੇਸ਼ਨ ਦੇ ਸਕਦੇ ਹੋ, ਤੁਸੀਂ ਟੇਲਰ ਮੇਡ ਨਿਊਟ੍ਰੀਸ਼ਨ ਐਡਵਾਈਸ ਦੇ ਸਕਦੇ ਹੋ, ਜੈਨੇਟਿਕਲੀ ਉਹਨੂੰ ਬੈਨੀਫਿਟ ਹੋਏਗਾ, ਮੋਟਾਪਾ ਨਹੀਂ ਹੋਏਗਾ। ਦੇਖੋ ਸਾਡੇ ਢਿੱਡ ਦੇ ਵਿੱਚ ਬੈਕਟੀਰੀਆ ਨੇ, ਜੀਨੋਮਿਕ ਦੇ ਵਿੱਚ ਅਸੀਂ ਮਾਈਕਰੋਬਾਇਓਮ ਦਾ ਟੈਸਟ ਵੀ ਕਰਦੇ ਹਾਂ। ਉਹਨੂੰ ਕਹਿੰਦੇ ਨੇ ਮਾਈਕਰੋਬਾਇਓਮ, ਸਾਡੇ ਢਿੱਡ ਦੇ ਵਿੱਚ 10 ਟ੍ਰਿਲੀਅਨ ਤੋਂ ਉੱਪਰ ਜ਼ਿਆਦਾ ਬੈਕਟੀਰੀਆ ਨੇ। 10 ਟ੍ਰਿਲੀਅਨ ਤੋਂ ਉੱਪਰ ਹੈ ਨਾ, ਤਾਂ ਸੋਚ ਕੇ ਦੇਖੋ ਹੈ ਨਾ, ਉਹ ਜਿਹੜੇ ਬੈਕਟੀਰੀਆ ਢਿੱਡ ਦੇ ਵਿੱਚ ਨੇ, ਜਦੋਂ ਅਸੀਂ ਮੂੰਹ 'ਚ ਪਾਣੀ ਪਾਉਂਦੇ ਹਾਂ, ਖਾਣਾ ਪਾਉਂਦੇ ਹਾਂ, ਬੈਕਟੀਰੀਆ ਦਾ ਕੰਮ ਕੀ ਹੁੰਦਾ, ਫਟਾਫਟ ਜਾ ਕੇ ਉਹ ਖਾਣੇ ਨੂੰ ਖਾ ਜਾਓ ਹੈ ਨਾ, ਖਤਮ ਕਰ ਦਿਓ ਉਹਨੂੰ ਖਾਣੇ ਨੂੰ, ਜੋ ਤੱਤ ਨੇ ਚੱਕ ਲਓ, ਜੋ ਤੱਤ ਚੰਗੇ ਨਹੀਂ ਹੈਗੇ ਸੁੱਟ ਦਿਓ ਬਾਹਰ ਹੈ ਨਾ, ਤੇ ਉਹ ਕੰਮ ਹੈ ਉਹਨਾਂ ਦਾ। ਪਰ ਜਿੱਦਾਂ ਦੀ ਖੁਰਾਕ ਖਾਂਦੇ ਹੋ ਤੁਹਾਡਾ ਮਾਈਕਰੋਬਾਇਓਮ ਚੇਂਜ ਹੁੰਦਾ ਰਹਿੰਦਾ ਤੁਹਾਡਾ ਹੈ, ਤੇ ਉਹਨਾਂ ਦੇ ਵਿੱਚੋਂ ਕੁਝ ਜਿਹੜਾ ਮਾਈਕਰੋਬਾਇਓਮ ਹੁੰਦਾ ਕੈਂਸਰ ਕਾਜ਼ ਕਰਨਾ ਸ਼ੁਰੂ ਕਰ ਦਿੰਦਾ ਹੈ ਨਾ, ਤੁਹਾਨੂੰ ਡਾਇਬੀਟੀਜ਼ ਕਰਨਾ ਸ਼ੁਰੂ ਕਰ ਦਿੰਦਾ, ਤੁਹਾਨੂੰ ਮੋਟਾਪਾ ਲਿਆਉਣਾ ਸ਼ੁਰੂ ਕਰ ਦਿੰਦਾ ਹੈ। ਜਿਹੜਾ ਢਿੱਡ ਹੈ, ਢਿੱਡ ਦੇ ਵਿੱਚ ਤੁਹਾਡੇ ਕੋਲ ਜਿਹੜੇ ਬ੍ਰੇਨ ਤੋਂ ਬਾਅਦ ਨਾ ਸਭ ਤੋਂ ਜ਼ਿਆਦਾ ਨਰਵ ਐਂਡਿੰਗ ਨੇ, ਜਿਹੜੇ ਨਰਵ ਸੈਲਸ ਨੇ ਢਿੱਡ ਦੇ ਵਿੱਚ ਨੇ। ਠੀਕ ਹੈ, ਢਿੱਡ ਨੂੰ ਦੂਜਾ ਬ੍ਰੇਨ ਕਿਹਾ ਜਾਂਦਾ। ਹੁਣ ਜੇ ਤੁਸੀਂ ਕਹਿੰਦੇ ਨੇ ਕਿ ਕਿਸੇ ਦਾ ਸਟੂਲ ਦਾ ਟੱਟੀ ਦਾ ਸੈਂਪਲ ਲੈ ਕੇ ਬਾਇਓ ਦੇ ਵਿੱਚ ਅਸੀਂ ਉਹ ਸੈਂਪਲ ਟੈਸਟ ਕਰਦੇ ਹਾਂ, ਅਸੀਂ ਦੱਸ ਸਕਦੇ ਹਾਂ ਵੀ ਉਹਨਾਂ ਢਿੱਡ ਦੇ ਵਿੱਚ ਜਿਹੜੇ ਬੈਕਟੀਰੀਆ ਨੇ ਉਹ ਚੰਗੇ ਕਿੰਨੇ ਕਿੰਨੇ, ਮਾੜੇ ਕਿੰਨੇ ਕਿੰਨੇ, ਤੇ ਚੰਗਿਆਂ ਨੂੰ ਵਧਾ ਸਕਦੇ ਨੇ, ਮਾੜੇ ਨੂੰ ਘਟਾ ਸਕਦੇ ਨੇ। ਜੇ ਨਾ ਉਹਨਾਂ ਨੂੰ ਚੰਗਾ ਮਹਿਸੂਸ ਕਰਨਗੇ, ਉਹਨਾਂ ਮਨ ਵੀ ਚੰਗਾ ਹੋਏਗਾ ਜੀ। ਤਾਂ ਨਹੀਂ, ਬਿਲਕੁਲ ਵਧੀਆ ਗੱਲ ਹੈਗੀ। ਦੂਜੀ ਗੱਲ ਇਹ ਮੈਂ ਪੁੱਛਣਾ ਚਾਹੁੰਦਾ ਹੈਗਾ ਵੀ ਜਾਂਦੇ ਜਾਂਦੇ ਕਿ ਜਿਹੜੇ ਇਹਨੂੰ ਪ੍ਰੋਸੈਸ ਨੂੰ ਟਾਈਮ ਕਿੰਨਾ ਕੁ ਲੱਗਦਾ ਹੈਗਾ ਵੀ ਬੰਦੇ ਨੇ ਤੇ ਸੈਂਪਲ ਦੇ ਕੇ ਆ ਜਾਣਾ ਘਰ, ਉਹਨੂੰ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ, ਪਰ ਰਿਪੋਰਟ ਆਉਣ ਨੂੰ ਜਾਂ ਤੁਹਾਨੂੰ ਪ੍ਰੋਸੈਸ ਕਰਨ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ? ਦੇਖੋ ਕਿਸੇ ਟਾਈਮ ਦੇ ਵਿੱਚ ਜਦੋਂ $50 ਮਿਲੀਅਨ ਦਾ ਟੈਸਟ ਹੁੰਦਾ ਸੀ ਹੈ ਨਾ, ਉਦੋਂ ਸਾਨੂੰ ਲੱਗਦੇ ਸੀ ਕਰੀਬਨ ਸਾਲ ਲੱਗ ਜਾਂਦਾ ਸੀ। ਅੱਛਾ, ਹਾਂਜੀ, ਠੀਕ ਹੈ, ਇੰਨੀ ਪਾਵਰ ਨਹੀਂ ਸੀ, ਕੰਪਿਊਟਿੰਗ ਪਾਵਰ। ਹੁਣ ਅਸੀਂ 4 ਹਫ਼ਤੇ ਦੇ ਵਿੱਚ ਅਸੀਂ 4 ਤੋਂ 6 ਹਫ਼ਤੇ ਦੀ ਰਿਪੋਰਟ ਦੇ ਦਿੰਦੇ ਹਾਂ। ਓਕੇ, ਪਰ ਬਾਇਓਐਰੋ ਜੀ ਬਾਇਓਟੈਕਨੋਲੋਜੀ ਕੰਪਨੀ ਹੈ, ਬਾਇਓਐਰੋ ਕੋਈ ਲੈਬ ਨਹੀਂ ਹੈਗੀ ਹੈ ਨਾ। ਬਾਇਓਐਰੋ ਦਾ ਵਿਜ਼ਨ ਹੈਗਾ ਵੀ ਬਾਇਓਐਰੋ ਦੁਨੀਆ ਭਰ ਦੇ ਵਿੱਚ ਗਰੋ ਹੋਏਗੀ, ਦੁਨੀਆ ਭਰ ਦੇ ਵਿੱਚ ਇਹਦੀਆਂ ਲੈਬਾਂ ਬਣਨਗੀਆਂ, ਹਿੰਦੁਸਤਾਨ 'ਚ ਵੀ ਜਾਣਗੀਆਂ, ਅਮਰੀਕਾ 'ਚ ਵੀ ਜਾਣਗੀਆਂ ਲੈਬਾਂ ਇਹਨਾਂ ਦੀਆਂ। ਅਸੀਂ ਸੌਫਟਵੇਅਰ ਵੀ ਬਣਾ ਰਹੇ ਹਾਂ, ਅਸੀਂ ਟੈਕਨੋਲੋਜੀ ਵੀ ਬਣਾ ਰਹੇ ਹਾਂ। ਸਾਡੀ ਉਮੀਦ ਹੈ ਵੀ ਲੋਕਾਂ ਦੇ 1-2 ਸਾਲਾਂ ਦੇ ਵਿੱਚ ਇਹ ਜਿਹੜਾ ਟਾਈਮ 4 ਹਫ਼ਤੇ ਦਾ ਜਿਹੜਾ ਐਵਰੇਜ ਲੱਗਦਾ ਹੈ ਹਰ ਲੈਬ ਦੇ ਵਿੱਚ, ਉਹਨੂੰ ਕੱਟ ਕੇ ਅਸੀਂ 1 ਦਿਨ ਵੀ ਨਾ ਕਰੀਏ। ਓਕੇ,
ਵੀ ਜੋ ਟੈਸਟ ਹੋਇਆ ਪ੍ਰੋਸੈਸ ਹੋ ਗਿਆ ਸੀਕੁਐਂਸਰ ਦੇ ਵਿੱਚ ਠੀਕ ਇੱਕ ਦਿਨ ਦੇ ਵਿੱਚ ਰਿਪੋਰਟ ਬੰਦੇ ਦੇ ਹੱਥ ਹੋਣੀ ਚਾਹੀਦੀ। ਠੀਕ ਹੈ। ਦੂਸਰੀ ਜਿਹੜੀ ਇਹ ਮੈਂ ਪੁੱਛਣਾ ਚਾਹੁੰਦਾ ਹੈਗਾ ਤੁਹਾਡੇ ਕੋਲ ਜਾਂਦੇ ਜਾਂਦੇ ਵੀ ਕਿਹੜੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਸਾਰਿਆਂ ਨੇ ਕਰਵਾਉਣਾ ਨਹੀਂ ਹੈਗਾ, ਆਪਾਂ ਜਿੰਨੇ ਚਿਰ ਮਤਲਬ ਸਾਨੂੰ ਦਰਦ ਨਹੀਂ ਹੁੰਦੀ ਹੈਗੀ ਉਨੇ ਚਿਰ ਆਪਾਂ ਡਾਕਟਰ ਕੋਲ ਨਹੀਂ ਜਾਂਦੇ, ਉਨੇ ਚਿਰ ਟੈਸਟ ਨਹੀਂ ਕਰਾਉਂਦੇ। ਜੇ ਟੈਸਟ ਕਰਾ ਵੀ ਦੇਵੇ ਫਿਰ ਵੀ ਆਪਾਂ ਸੋਚਦੇ ਵੀ ਇੱਕ ਵਾਰੀ ਹੋਰ ਆਪ ਟਰਾਈ ਮਾਰ ਕੇ ਵੇਖ ਲੈਣਾ ਠੀਕ ਹੋ ਜੇ ਦਰਦ, ਤੇ ਉਹ ਤੋਂ ਬਾਅਦ ਜਿਹੜਾ ਹੈਗਾ ਕਿ ਆਪਾਂ ਫਿਰ ਟੈਸਟ ਵਾਸਤੇ ਜਾਂਦੇ ਹੈਗੇ ਆ। ਪਰ ਇਹ ਵਾਲੀ ਚੀਜ਼ ਜਿਹੜੀ ਹੈਗੀ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕੁ ਜ਼ਰੂਰੀ ਹੈਗੀ ਹੈ ਤੇ ਕਿੰਨਾ ਲੋਕਾਂ ਨੂੰ ਜ਼ਰੂਰ ਕਰਵਾਉਣੀ ਚਾਹੀਦੀ ਹੈਗੀ? ਦੇਖੋ, ਜੇ ਤੁਸੀਂ ਆਪਣੀ ਕਾਰ ਮੇਨਟੇਨੈਂਸ ਕਲਾਸ ਲੈ ਕੇ ਜਾਂਦੇ ਹੋ, ਜੇ ਉਸ ਚੀਜ਼ 'ਚ ਵਿਸ਼ਵਾਸ ਕਰਦੇ ਹੋ ਵੀ ਕਾਰ ਦੀ ਮੇਨਟੇਨੈਂਸ ਹੋਣੀ ਚਾਹੀਦੀ ਹੈ। ਕਈ ਵਾਰੀ ਆਪਾਂ ਮਤਲਬ ਨਹੀਂ ਵੀ ਪ੍ਰੋਬਲਮ ਹੁੰਦੀ ਤਾਂ ਵੀ ਲੈ ਕੇ ਜਾਂਦੇ ਆ ਨਾ ਆਪਾਂ ਕਾਰ ਦੀ ਮੇਨਟੇਨੈਂਸ, ਵਾਰੰਟੀ ਨਾ ਐਕਸਪਾਇਰ ਹੋ ਜੇ ਵੀ ਹੈਗੀ ਹੈ ਨਾ ਪ੍ਰੋਪਰ ਤੌਰ ਦੇ ਉੱਪਰ, ਵੀ ਇੰਜਨ ਚੱਲਦਾ ਰਹੇ। ਜਿਹੜੇ ਲੋਕ ਉਸ ਚੀਜ਼ 'ਚ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਟੈਸਟ ਕਰਾਉਣਾ ਚਾਹੀਦਾ ਹੈ। ਜੇ ਲੋਕ ਸੀਟ ਬੈਲਟ ਪਾ ਕੇ ਡਰਾਈਵ ਕਰਨ 'ਚ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਇਹ ਟੈਸਟ ਕਰਾਉਣਾ ਚਾਹੀਦਾ ਹੈ। ਜਿਹੜੇ ਨਹੀਂ ਵੀ ਸੀਟ ਬੈਲਟ ਵਿਸ਼ਵਾਸ ਕਰਦੇ ਉਹ ਵੀ ਕਰਾਉਣਾ ਟੈਸਟ। ਕਿਉਂਕਿ ਦੇਖੋ ਇਹ ਸੱਚ ਹੈ, ਇਹ ਅਸਲੀ ਸੱਚ ਹੈ, ਹੋਰ ਕੋਈ ਸੱਚ ਨਹੀਂ ਹੈਗਾ ਜੀ। ਬਾਕੀ ਸਭ ਝੂਠ ਹੈ ਮੈਡੀਸਨ ਦੇ ਵਿੱਚ। ਬਾਕੀ ਅਸੀਂ ਸਿਰਫ ਹਿੱਟ ਐਂਡ ਟਰਾਇਲ ਕਰ ਰਹੇ ਹਾਂ, ਹੈ ਨਾ, ਵੀ ਆਰਾਮ ਆਊਗਾ ਨਹੀਂ ਆਊਗਾ ਪਤਾ ਲੱਗੂਗਾ, ਆਂਸਰ ਨਹੀਂ ਪਤਾ ਲੱਗੂਗਾ, ਤੁਸੀਂ ਧੱਕੇ ਖਾਈ ਜਾਓਗੇ, ਚੱਕਰ ਕੱਟੀ ਜਾਓਗੇ, ਪਰਿਵਾਰ ਦੇ ਲੋਕ ਚੱਕਰ ਕੱਟੀ ਜਾਣਗੇ, ਤੁਸੀਂ ਆਪਣਾ ਟਾਈਮ ਜ਼ਾਇਆ ਕਰੋਗੇ, ਵੇਸਟ ਕਰੋਗੇ, ਟਾਈਮ ਕੰਮ ਤੋਂ ਟਾਈਮ ਆਫ ਲਵੋਗੇ, ਤੁਸੀਂ ਆਪਣੀ ਛੁੱਟੀਆਂ ਕੱਟਣੀਆਂ ਖਰਾਬ ਕਰਨੀਆਂ ਪੈਣਗੀਆਂ, ਤੁਹਾਡੀ ਕੁਆਲਿਟੀ ਆਫ ਲਾਈਫ ਵੀ ਘਟਦੀ ਤਾਂ ਜਾਏਗੀ ਨਾ। ਪੈਸਾ ਨਹੀਂ ਹੈਗਾ, $2000 ਇਜ਼ ਨਥਿੰਗ ਥੀਸ ਡੇਜ਼, ਹੈ ਨਾ, ਤੁਸੀਂ ਕਾਊਂਟ ਕਰੋ ਤਾਂ। ਤੇ ਜੇ ਤੁਸੀਂ ਉਹਦੀ ਤੁਸੀਂ ਦੇਖੋ ਵੀ ਕਿੰਨਾ ਟਾਈਮ ਤੁਸੀਂ ਉਹਦੇ ਜ਼ਾਇਆ ਕਰੋਗੇ ਡਾਕਟਰਾਂ ਨੂੰ ਧੱਕੇ ਖਾ ਕੇ, ਕਿਹੜੀਆਂ ਦਵਾਈਆਂ ਮਿਲ ਰਹੀਆਂ ਕਿਹੜੀਆਂ ਨਹੀਂ ਮਿਲ ਰਹੀਆਂ, ਤੁਹਾਡੀ ਚੁਆਇਸ ਹੈ। ਤੁਸੀਂ ਧੱਕੇ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਹੋ, ਹਿੱਟ ਐਂਡ ਟਰਾਇਲ ਜ਼ਿੰਦਗੀ ਜੀਣਾ ਚਾਹੁੰਦੇ ਹੋ, ਵੀ ਤੁਸੀਂ ਚਾਹੁੰਦੇ ਹੋ ਜ਼ਿੰਦਗੀ ਉਹ ਜੀਣੀ ਵੀ ਜਿਹੜੀ ਤੁਹਾਡੇ ਅਨੁਸਾਰ ਹੋਵੇ। ਬਿਲਕੁਲ, ਤਾਂ ਸਹੀ ਗੱਲ ਹੈਗੀ ਡਾਕਟਰ ਸਾਹਿਬ ਦੀ। ਜੇ ਨਵੀਂ ਟੈਕਨੋਲੋਜੀ ਆਈ ਹੈਗੀ, ਬਾਕੀ ਇਹ ਵੀ ਹੈਗਾ ਕਿ ਆਪਾਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਬੈਠੇ ਹੈਗੇ ਆ, ਤਾਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ $2000 ਦੀ ਹੈਗੀ ਆ, ਅਤੇ ਮੇਰੇ ਖਿਆਲ ਮੋਸਟ ਆਫ ਫੈਮਲੀਜ਼ ਕੈਨ ਅਫੋਰਡ $2000। ਅਤੇ ਬਾਕੀ ਇਹ ਹੈਗਾ ਕਿ ਤੁਹਾਨੂੰ ਇੱਕ ਤੁਹਾਡਾ ਜਿਹੜਾ ਹੈਗਾ ਕਿ ਕਹਿ ਲਓ ਸ਼ੀਸ਼ਾ ਸਾਹਮਣੇ ਆ ਜਾਂਦਾ ਕਿ ਤੁਹਾਡੇ ਅੰਦਰ ਕੀ ਹੈਗਾ, ਤਾਂ ਤੁਹਾਡੀ ਹੈਲਥ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈਗੀ। ਜੇ ਨਹੀਂ ਠੀਕ ਰਹਿੰਦੀ ਤਾਂ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਐਕਚੁਅਲੀ ਕੌਣ ਜਿਹੜਾ ਹੈਗਾ ਕਿ ਪ੍ਰੋਬਲਮ ਜਿਹੜੀ ਹੈਗੀ ਕਿ ਕ੍ਰੀਏਟ ਕਰ ਰਿਹਾ ਹੈਗਾ, ਅਤੇ ਉਹ ਤੱਤ ਨੂੰ ਜਿਹੜਾ ਹੈਗਾ ਕਿ ਕੰਟਰੋਲ ਕੀਤਾ ਜਾ ਸਕਦਾ ਹੈਗਾ ਜਾਂ ਉਹਨੂੰ ਬਾਹਰ ਕੱਢਿਆ ਜਾ ਸਕਦਾ ਹੈਗਾ। ਅਤੇ ਡਾਕਟਰ ਸਾਹਿਬ ਤੁਹਾਡਾ ਇੱਕ ਤਾਂ ਸ਼ੁਕਰੀਆ ਇਸ ਗੱਲ ਦਾ ਕਿ ਤੁਸੀਂ ਇਹ ਇਨੀਸ਼ੀਏਟਿਵ ਲਿਆ ਹੈਗਾ ਵੀ ਨਵੀਂ ਚੀਜ਼ਾਂ ਤੁਸੀਂ ਜਿਹੜੀਆਂ ਦੇਖੋ ਇੱਥੇ ਸਮਾਜ ਨੂੰ ਜਿਹੜੀ ਹੈਗੀ ਹੈ ਕਮਿਊਨਿਟੀ ਨੂੰ ਗਿਵ ਬੈਕ ਹੁੰਦਾ ਹੈਗਾ। ਆਪਾਂ ਧਰਤੀ 'ਤੇ ਆਏ ਕੁਛ ਨਾ ਕੁਛ ਆਪਾਂ ਨਵੀਂ ਚੀਜ਼ ਜਿਹੜੀ ਹੈ ਕਿ ਛੱਡ ਕੇ ਜਾਂਦੇ, ਉਹਦੇ ਵਾਸਤੇ ਵੀ ਤੁਹਾਡਾ ਧੰਨਵਾਦ। ਅਤੇ ਦੂਸਰਾ ਧੰਨਵਾਦ ਇਹ ਕਿ ਤੁਸੀਂ ਸਾਡੇ ਸਟੂਡੀਓ 'ਚ ਆਏ ਜਗਤ ਪੰਜਾਬੀ ਦੇ ਦਰਸ਼ਕਾਂ ਦੇ ਨਾਲ ਜਿਹੜੀ ਹੈਗੀ ਆਪਣੀ ਸਾਰੀ ਸਾਂਝ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਨਹੀਂ ਜੀ, ਨਹੀਂ, ਥੈਂਕ ਯੂ ਸੋ ਮਚ, ਤੁਸੀਂ ਚੰਗੇ ਸਵਾਲ ਪੁੱਛੇ, ਅਤੇ ਮੈਂ ਉਮੀਦ ਕਰਦਾ ਵੀ ਲੋਕ ਉਹਨਾਂ ਦੇ ਅੰਦਰ ਹੈ, ਆਪਾਂ ਕਹਿੰਦੇ ਰੱਬ ਉਹਨਾਂ ਦੇ ਅੰਦਰ ਹੈ, ਬਿਲਕੁਲ, ਹੈ ਨਾ, DNA ਸਾਡੇ ਅੰਦਰ ਹੈ, ਉਹਦੇ ਕੋਲ ਸਾਡੇ ਸਾਰੇ ਜਵਾਬ ਨੇ, ਅਤੇ ਅਸੀਂ ਉਹ ਜਵਾਬ ਲੈ ਸਕਦੇ ਹਾਂ। ਸਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ। ਜਿਵੇਂ ਗੁਰਬਾਣੀ ਚਾਹੁੰਦਾ ਹੈਗਾ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਅਤੇ ਜੋ ਬ੍ਰਹਮੰਡ ਦੇ ਵਿੱਚ ਹੈਗਾ ਸੋਈ ਤੁਹਾਡੇ ਪਿੰਡ ਦੇ ਵਿੱਚ ਯਾਨੀ ਕਿ ਸਰੀਰ ਦੇ ਵਿੱਚ ਹੈਗਾ। ਅਤੇ ਇਹ ਨਵੀਆਂ ਖੋਜਾਂ ਦੇ ਨਾਲ ਸਾਨੂੰ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਹੈਗਾ। ਅਤੇ ਕਈ ਵਾਰੀ ਆਪਾਂ ਜਦੋਂ ਸਾਇੰਸ ਨੂੰ ਸਮਝਦੇ ਹੈਗੇ ਆ ਉਹ ਸਾਨੂੰ ਗੁਰਬਾਣੀ ਵੀ ਸਮਝ ਆਉਂਦੀ ਹੈਗੀ ਹੈ, ਅਤੇ ਗੁਰਬਾਣੀ ਨੂੰ ਸਮਝਦੇ ਹੋਏ ਸਾਨੂੰ ਸਾਇੰਸ ਵੀ ਸਮਝ ਆਉਂਦੀ ਹੈ। ਦੋਨੋਂ ਅਲੱਗ ਚੀਜ਼ਾਂ ਨਹੀਂ ਹੈਗੀਆਂ, ਮੈਂ ਬਹੁਤ ਸੇਮ ਨੇ, ਗੁਰਬਾਣੀ ਦੇ ਵਿੱਚ ਚੀਜ਼ਾਂ ਹੈਗੀਆਂ, ਬਿਲਕੁਲ ਆਨਸਰ ਹੈਗਾ। ਤੁਹਾਡਾ ਬਹੁਤ ਧੰਨਵਾਦ, ਪਿਆਰ, ਸਤਿ ਸ਼੍ਰੀ ਅਕਾਲ।